ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ। ਐਥੈ ਉਥੈ ਰਖਵਾਲਾ, ਰੱਬ ਸਤਿਗੁਰ ਦੀਨ ਦਇਆਲਾ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ। ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸਹ ਕੁਰਸਹ ਝਟੀਐ। ਤੁਧ ਡਿਠੇ ਸੱਚੇ ਪਾਤਿਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿਜੈ ਦੇਹ ਖੁੱਲ੍ਹੈ ਇਕ ਗੰਢ, ਛਿਆ ਨਿਤ ਦੇਖਹੁ ਜਗ ਹੰਡ। ਸਿਜੈ ਦੇਹ ਖੁੱਲ੍ਹੈ ਇਕ ਗੰਢ, ਛਿਆ ਨਿਤ ਦੇਖਹੁ ਜਗ ਹੰਡ। ਧੂਪ ਛਾਵ ਜੇ ਸਮ ਕਰ ਜਾਣੈ, ਬੰਧਨ ਕਾਟ ਮੁਕਤ ਧਰ ਆਣੈ। ਛਾਇਆ ਛੂਛੀ ਜਗਤ ਭੁਲਾਨਾ, ਲਿਖਿਆ ਕਿਰਤ ਤੁਰੇ ਪਰਵਾਨਾ। ਸਿਜੈ ਜੋਬਨ ਜਰੂਆ ਸਿਰ ਤਾਲ, ਕਾਇਆ ਸਿਜੈ ਭਈ ਸਵਾਲ। ਸਿਜੈ ਜੋਬਨ ਜਰੂਆ ਸਿਰ ਤਾਲ, ਕਾਇਆ ਸਿਜੈ ਭਈ ਸਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਜੋੜ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ
अपरअपार कृपा रहमत दा सदका जगत गुरु धन धन श्री गुरु नानक देव साहिब जी महाराज सतगुरां दे पावने अस्थान गुरुद्वारा श्री बेर साहिब जी विखे अमृत वेले दे सजे हुए सुंदर दीवान की हाजरी भर रही गुरु की साजी नवाजी हुई साध संगत जीओ। गरीब नवाज साहब जी ने कृपा की है, सत संगत का अमोलक सुभागा समा बख्शिश किया है। अज साध संगत जी नौवें पातशाह श्री गुरु तेग बहादुर साहिब जी महाराज इन्हां सतगुरां दा गुरता गद्दी पुरब है और 8वें पातशाह बाला प्रीतम धन धन श्री गुरु हरकृष्ण साहब महाराज जी का ज्योति जो समान का गुरपुरब है। अज दे दिन बाला प्रीतम 8वें पातशाह श्री गुरु हरकृष्ण साहब महाराज जी ने दिल्ली दे विच बाला साहिब वाले अस्थान ते सचखंड प्यारना किया है। धन श्री गुरु हरकृष्ण साहब जी महाराज जिन्हां सतगुरां ने साडे ते बेअंत बख्शिशां कीतियां पर उपकार कीते संसार दे जीवां दी कल्याण हित महाराज साहब जी ने महान रहमतां कीतियां। आप जी श्री कीरतपुर साहिब दे विच भी प्रकाश धारिया और श्री कीरतपुर साहिब की धरती ते महाराज 8वें पातशाह जी नूं गुरता गद्दी का तख्त प्राप्त होया और आप जी ने कीरतपुर साहिब विच रह करके ही संगतां नूं दर्शन दे करके उपदेश दे करके निहाल किया। महाराज साहब जी श्री कीरतपुर साहिब तो दिल्ली तक का बाला प्रीतम 8वें पातशाह महाराज साहब जी का ये सफर है। राजे जय सिंह ने महाराज साहब जी नूं बेनती की सी दिल्ली ले जाण वास्ते। पहला महाराज साहब जी ने मना किया सी, फिर जिस वेले उन्हें अपने दूत नूं भेजिया बहुत भावना नाल बेनती की कि महाराज आप जी कृपा करके दिल्ली विच आके संगतां नूं दर्शन दिओ। तां गरीब नवाज साहब जी फिर श्री कीरतपुर साहिब तो चल करके दिल्ली पहुंचे और दिल्ली महाराज साहब जी जिस वेले गए गुरु की संगतां ने शरधा भावना दे नाल बाला प्रीतम सतगुरु जी दे दर्शन किए। तां राजे ने भी शरधा भावना दे नाल गुरु महाराज साहब जी दे दर्शन किए। गरीब नवाज साहब जी नूं बेनती करके तां अपने बंगले विच भी लै करके गया और महाराज साहब जी की परख भी की राजे ने, क्योंकि सतगुरु जी की शरीर कारबला छोटी जी है ते ख्याल आया
ਰਾਣੀ ਦੇ ਮਨ ਵਿੱਚ ਵੀ ਤੇ ਰਾਜੇ ਦੇ ਵੀ ਕਿ ਮਹਾਰਾਜ ਸਾਹਿਬ ਜੀ ਦੀ ਪਰਖ ਕਰਕੇ ਵੇਖੀ ਤਾਂ ਰਾਣੀ ਨੇ ਗੋਲੀਆਂ ਵਾਲੇ ਕੱਪੜੇ ਪਾਏ ਤਾਂ ਆਪਣੇ ਬੰਗਲੇ ਦੇ ਵਿੱਚ ਆਪਣੀਆਂ ਗੋਲੀਆਂ ਨੂੰ ਚੰਗੇ ਵਧੀਆ ਕੀਮਤੀ ਵਸਤਰ ਪਵਾਏ ਤੇ ਆਪ ਉਹਨਾਂ ਗੋਲੀਆਂ ਵਾਲੇ ਦਾਸੀਆਂ ਵਾਲੇ ਕੱਪੜੇ ਪਾ ਕੇ ਬੈਠ ਗਏ ਗੋਲੀਆਂ ਦੇ ਵਿੱਚ। ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਹੱਥ ਦੇ ਵਿੱਚ ਇੱਕ ਫੁੱਲਾਂ ਵਾਲੀ ਛੜੀ ਫੜੀ ਹੋਈ ਹੈ ਤੇ ਮਹਾਰਾਜ ਸਾਹਿਬ ਜੀ ਉਹਨਾਂ ਦਾਸੀਆਂ ਦੇ ਗੋਲੀਆਂ ਦੇ ਸਿਰ ਤੇ ਲਾਉਂਦਿਆਂ ਲਾਉਂਦਿਆਂ ਤੁਰੇ ਜਾ ਰਹੇ ਹਨ ਕਿ ਆ ਵੀ ਰਾਣੀ ਨਹੀਂ, ਆ ਵੀ ਰਾਣੀ ਨਹੀਂ, ਆ ਵੀ ਰਾਣੀ ਨਹੀਂ। ਤਾਂ ਜਿਹੜੀ ਰਾਣੀ ਸੀ ਉਹਦੇ ਸਿਰ ਤੇ ਉਹ ਫੁੱਲਾਂ ਵਾਲੀ ਛੜੀ ਲਾ ਕਰਕੇ ਮਹਾਰਾਜ ਸਾਹਿਬ ਜੀ ਨੇ ਆਖਿਆ ਆ ਰਾਣੀ ਹੈ। ਤਾਂ ਗਰੀਬ ਨਵਾਈ ਨੇ ਕਿਹਾ ਕਿ ਤੁਹਾਨੂੰ ਕਰਤਾ ਪੁਰਖ ਨੇ ਰਾਜ ਭਾਗ ਦਿੱਤਾ ਹੈ, ਇਸ ਕਰਕੇ ਤੁਸੀਂ ਇਸ ਤਰ੍ਹਾਂ ਗੋਲੀਆਂ ਦੇ ਵਿੱਚ ਬੈਠੇ ਹੋ। ਫਿਰ ਮਹਾਰਾਜ ਸਾਹਿਬ ਜੀ ਤੋਂ ਮਾਫੀ ਮੰਗੀ ਸੀ ਰਾਜੇ ਨੇ ਤੇ ਰਾਣੀ ਨੇ। ਮਹਾਰਾਜ ਸਾਹਿਬ ਜੀ ਦੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਇਸ ਤਰ੍ਹਾਂ ਉਹ ਰਾਜੇ ਜੈ ਸਿੰਘ ਦੇ ਬੰਗਲੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਚਰਨ ਪਾਏ ਦਿੱਲੀ ਦੇ ਅੰਦਰ। ਤਾਂ ਸਾਧ ਸੰਗਤ ਜੀ ਉਹ ਬੰਗਲਾ ਸਾਹਿਬ ਬਣ ਗਿਆ ਗੁਰੂ ਸਾਹਿਬ ਜੀ ਦੇ ਚਰਨ ਪਾਉਣ ਦਾ ਸਦਕਾ। ਅੱਜ ਉੱਥੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਤਾਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸੋਭਣੀਕ ਹੈ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ। ਗੁਰ ਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਤਾਂ ਸਤਿਗੁਰੂ ਜੀ ਨੇ ਦਿੱਲੀ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕਰਕੇ, ਉਪਦੇਸ਼ ਦੇ ਕਰਕੇ ਨਿਹਾਲ ਕੀਤਾ। ਉਹ ਔਰੰਗਜ਼ੇਬ ਨੇ ਬੜੀਆਂ ਬੇਨਤੀਆਂ ਘੱਲੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਸ ਕਿ ਮੈਨੂੰ ਵੀ ਆਪ ਜੀ ਆਗਿਆ ਦਿਓ ਤੇ ਮੈਂ ਆਪ ਜੀ ਦੇ ਦਰਸ਼ਨ ਕਰ ਜਾਵਾਂ। ਪਰ ਗੁਰੂ ਸਾਹਿਬ ਜੀ ਨੇ ਆਗਿਆ ਨਹੀਂ ਦਿੱਤੀ। ਆਖਿਆ ਪਿਤਾ ਜੀ ਦਾ ਵੀ ਬਚਨ ਸੀ, ਨਹਿ ਮਲੇਸ਼ ਕੋ ਦਰਸ਼ਨ ਦੇਣਾ। ਇਹ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ, ਤਾਂ ਅਸੀਂ ਵੀ ਇਹ ਮਲੇਸ਼ ਨੂੰ ਦਰਸ਼ਨ ਨਹੀਂ ਦੇਵਾਂਗੇ। ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਵੀ ਬਚਨ ਪੂਰਾ ਕੀਤਾ। ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕੀਤਾ। ਤਾਂ ਜਦੋਂ ਬੰਗਲਾ ਸਾਹਿਬ ਵਾਲੇ ਸਥਾਨ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਸਨ, ਬਖਸ਼ਿਸ਼ਾਂ ਵਰਤਾ ਰਹੇ ਸਨ। ਜੇਕਰ ਆਉਂਦਾ ਹੈ ਔਰੰਗਜ਼ੇਬ ਬਾਦਸ਼ਾਹ ਦਰਵਾਜ਼ੇ ਤੇ ਆ ਕੇ ਖਲੋਤਾ ਰਿਹਾ, ਪਰ ਮਹਾਰਾਜ ਸਾਹਿਬ ਜੀ ਨੇ ਅੱਗੇ ਆਉਣ ਦੀ ਆਗਿਆ ਨਹੀਂ ਦਿੱਤੀ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਫਿਰ ਖਾਲੀ ਵਾਪਸ ਚਲੇ ਗਿਆ ਸੀ। ਮਹਾਰਾਜ ਸਾਹਿਬ ਜੀ ਨੇ ਇੱਕ ਸ਼ਬਦ ਲਿਖਾ ਕਰਕੇ ਨਾ, ਇੱਕ ਸ਼ਲੋਕ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਹ ਭੇਜਿਆ ਸੀ ਵੀ ਔਰੰਗਜ਼ੇਬ ਬਾਦਸ਼ਾਹ ਨੂੰ ਕਿਉਂ ਵੀ ਇਹ ਸ਼ਬਦ ਦੀ ਵਿਚਾਰ ਕਰ ਲਵੇ, ਇਹੀ ਸਾਡੇ ਦਰਸ਼ਨ ਹਨ, ਇਹਨੂੰ ਮੰਨੇ। ਕਿਆ ਖਾਧੈ ਕਿਆ ਪੈਧੈ ਹੋਏ, ਜਾ ਮਨ ਨਾਹੀ ਸੱਚਾ ਸੋਏ। ਤੋ ਇਸ ਤਰ੍ਹਾਂ ਫਿਰ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦਿਆਂ ਹੋਇਆਂ, ਉਪਦੇਸ਼ ਦਿੰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੇ ਦਿੱਲੀ ਦੇ ਵਿੱਚ ਬਖਸ਼ਿਸ਼ਾਂ ਵਰਤਾਈਆਂ। ਦਿੱਲੀ ਦੇ ਵਿੱਚ ਹੈਜੇ ਦੀ ਬਿਮਾਰੀ ਫੈਲੀ ਹੋਈ ਸੀ, ਚੇਚਕ ਦੀ ਬਿਮਾਰੀ, ਹੈਜੇ ਦੀ ਬਿਮਾਰੀ। ਲੋਕ ਬਹੁਤ ਬਿਮਾਰ ਹੋ ਰਹੇ ਸਨ।
ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ ਉਹਨਾਂ ਨੂੰ ਆਰਾਮ ਪ੍ਰਾਪਤ ਹੁੰਦਾ। ਗੁਰੂ ਸਾਹਿਬ ਜੀ ਨੇ ਆਪਣੇ ਚਰਨਾਂ ਦਾ ਪਵਿੱਤਰ ਜਲ ਬਖਸ਼ਿਸ਼ ਕੀਤਾ। ਇੱਕ ਵੱਡਾ ਹੌਜ, ਉਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਚਰਨ ਪਾਏ। ਤਾਂ ਗਰੀਬ ਨਵਾਜ਼ ਸਾਹਿਬ ਜੀ ਨੇ ਆਖਿਆ ਵੀ ਜਿਹੜਾ ਇਹ ਜਲ ਛਕੇਗਾ, ਜਿਹੜਾ ਇਸ ਜਲ ਦੇ ਨਾਲ ਇਸ਼ਨਾਨ ਕਰੇਗਾ, ਉਹਦਾ ਰੋਗ ਦੂਰ ਹੋ ਜਾਵੇਗਾ। ਇਸ ਤਰ੍ਹਾਂ ਸੰਗਤਾਂ ਨੂੰ ਤੰਦਰੁਸਤੀਆਂ ਪ੍ਰਾਪਤ ਹੋਣ ਲੱਗੀਆਂ। ਕਈ ਆ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਦਰਸ਼ਨ ਕਰਦੇ ਹਨ। ਦਰਸ਼ਨ ਕਰਨ ਵਾਲਿਆਂ ਦੇ ਵੀ ਦੁੱਖ ਦੂਰ ਹੋ ਜਾਂਦੇ, ਰੋਗ ਦੂਰ ਹੋ ਜਾਂਦੇ। ਜਿਹੜੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਜਲ ਛਕਦੇ, ਅੰਮ੍ਰਿਤ ਜਲ, ਉਹਦੇ ਨਾਲ ਵੀ ਬਿਮਾਰੀ ਠੀਕ ਹੁੰਦੀ ਹੈ। ਜਿਹੜੇ ਇਸ਼ਨਾਨ ਕਰਦੇ ਉਸ ਜਲ ਨੂੰ ਵਰਤ ਕਰਕੇ, ਤਾਂ ਉਹਨਾਂ ਦਾ ਵੀ ਰੋਗ ਦੂਰ ਹੁੰਦਾ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਦਿੱਲੀ ਦੇ ਵਿੱਚ ਇਹ ਰੋਗ ਦੀ ਨਿਵਰਤੀ ਕਰਦਿਆਂ ਹੋਇਆਂ, ਲੋਕਾਂ ਨੂੰ ਤੰਦਰੁਸਤੀ ਦਿੰਦਿਆਂ ਹੋਇਆਂ, ਤਾਂ ਮਹਾਰਾਜ ਸਾਹਿਬ ਜੀ ਨੇ ਉਹ ਸਾਰਾ ਕਸ਼ਟ ਆਪਣੇ ਸਰੀਰ ਤੇ ਹੀ ਲੈ ਲਿਆ। ਸਾਧ ਸੰਗਤ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੀਰ ਤੇ ਉਹ ਚੇਚਕ ਦੇ ਨਿਸ਼ਾਨ ਪੈਦਾ ਹੋਣੇ। ਮਹਾਰਾਜ ਸਾਹਿਬ ਜੀ ਦਾ ਪਾਵਨ ਸਰੀਰ, ਸੋ ਇੱਕ ਤਰ੍ਹਾਂ ਦੇ ਨਾਲ ਸਰੀਰ ਨੂੰ ਬੁਖਾਰ ਹੋਣਾ, ਤੇ ਸਾਰੇ ਸਿੱਖਾਂ ਸੇਵਕਾਂ ਨੇ ਵੀ ਚਿੰਤਾ ਕਰਨੀ, ਫਿਕਰ ਕਰਨਾ। ਮਾਤਾ ਕ੍ਰਿਸ਼ਨ ਕੌਰ ਜੀ ਨੇ ਵੀ, ਪਰ ਸਤਿਗੁਰੂ ਜੀ ਨੇ ਸਭ ਨੂੰ ਧੀਰਜ ਦੇਣਾ। ਆਖਿਆ ਇਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ। ਮਹਾਰਾਜ ਸਾਹਿਬ ਜੀ ਮੌਜ ਦੇ ਮਾਲਕ, ਭਾਣੇ ਦੇ ਮਾਲਕ, ਇਸ ਤਰ੍ਹਾਂ ਖੇਡ ਵਰਤਾਈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਦੇ ਰੋਗ ਦੂਰ ਹੋ ਗਏ, ਉਹਨਾਂ ਦੇ ਦੁੱਖ ਦੂਰ ਹੋ ਗਏ। ਤਾਂ ਹੀ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਭਗਉਤੀ ਕੀ ਵਾਰ ਦੀ ਇਹ ਪਹਿਲੀ ਪੌੜੀ ਦੇ ਵਿੱਚ ਇਹ ਬਚਨ ਅੰਕਿਤ ਕੀਤੇ ਹਨ, ਜੋ ਆਪਾਂ ਅਰਦਾਸ ਰੂਪ ਦੇ ਵਿੱਚ ਇਹ ਪੌੜੀ ਹਰ ਰੋਜ਼ ਅਰਦਾਸ ਕਰਦੇ ਹਾਂ। ਇਹ ਭਗਉਤੀ ਕੀ ਵਾਰ ਦੀ ਪਹਿਲੀ ਪੌੜੀ ਹੈ, ਜਿਸ ਨੂੰ ਆਮ ਕਰਕੇ ਚੰਡੀ ਦੀ ਵਾਰ ਵੀ ਕਿਹਾ ਜਾਂਦਾ ਹੈ। ਉਹਦੇ ਵਿੱਚ ਇਹ ਪਾਵਨ ਪਵਿੱਤਰ ਪੰਕਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਮੁਖਾਰ ਬਿੰਦ ਦੀ ਉਚਾਰਨ ਕੀਤੀ ਹੋਈ ਹੈ, 8ਵੇਂ ਪਾਤਸ਼ਾਹ ਜੀ ਦੇ ਵਾਸਤੇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਐਸੇ ਬਾਲਾ ਪ੍ਰੀਤਮ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਸਤਿਗੁਰਾਂ ਨੇ 2.5 ਸਾਲ ਗੁਰਿਆਈ ਕੀਤੀ ਹੈ। ਸਾਧ ਸੰਗਤ ਜੀ, 2 ਸਾਲ 5 ਮਹੀਨੇ ਤੇ 26 ਦਿਨ ਸਾਰੀ ਸਰੀਰ ਕਾਰਬਲਾ ਮਹਾਰਾਜ ਸਾਹਿਬ ਜੀ ਦੀ ਪੌਣੇ 8 ਸਾਲ ਹੋਈ ਹੈ। ਸਾਧ ਸੰਗਤ ਜੀ, ਪੌਣੇ 8 ਸਾਲ। ਭਾਈ ਕਾਹਨ ਸਿੰਘ ਨਾਭਾ ਲਿਖਦੇ ਆ, ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪਾਵਨ ਸਰੀਰ ਕਾਰਬਲਾ 7 ਸਾਲ 8 ਮਹੀਨੇ ਤੇ 26 ਦਿਨ ਸਾਰੀ ਸਰੀਰ ਕਾਰਬਲਾ, ਜਿਹਦੇ ਵਿੱਚ 2 ਸਾਲ 5 ਮਹੀਨੇ ਤੇ 26 ਦਿਨ ਮਹਾਰਾਜ ਨੇ ਗੁਰਿਆਈ ਕੀਤੀ ਹੈ ਪਾਵਨ ਸਰੀਰ ਵਿੱਚ ਵਿਚਰਦਿਆਂ। ਤਾਂ ਗਰੀਬ ਨਵਾਜ਼ ਸਾਹਿਬ ਜੀ ਨੇ ਹੁਣ ਸੰਗਤ ਨੂੰ ਕਹਿ ਦਿੱਤਾ ਕਿ ਅਸੀਂ ਸੱਚਖੰਡ ਪਿਆਨਾ ਕਰ ਜਾਣਾ।
ਸਿੱਖਾਂ ਨੇ, ਸੇਵਕਾਂ ਨੇ ਬੇਨਤੀ ਕੀਤੀ, ਮਹਾਰਾਜ ਪਹਿਲੇ ਸਤਿਗੁਰੂ ਤਾਂ ਜਿਸ ਵੇਲੇ ਸੱਚਖੰਡ ਪਿਆਨਾ ਕਰਦੇ ਤਾਂ ਅਗਲੇ ਸਤਿਗੁਰੂ ਜੀ ਦੇ ਲੜ ਲਾ ਕਰਕੇ ਗੁਰਤਾ ਗੱਦੀ ਦੇ ਕੇ ਫਿਰ ਸੱਚਖੰਡ ਜਾਂਦੇ। ਆਪ ਜੀ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ? ਸੰਗਤਾਂ ਦੇ ਹਿਰਦੇ ਵਿੱਚ ਵੈਰਾਗ ਵੀ ਕਿ ਮਹਾਰਾਜ ਤੁਸੀਂ ਇੰਨੀ ਛੋਟੀ ਜਿਹੀ ਸਰੀਰ ਕਾਰਬਲਾ ਦੇ ਵਿੱਚ ਹੀ ਇਹ ਭਾਣਾ ਵਰਤਾ ਜਾਣਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਇਹ ਭਾਣਾ ਹੈ, ਇਸੇ ਤਰ੍ਹਾਂ ਹੀ ਹੁਕਮ ਹੈ ਵਾਹਿਗੁਰੂ ਜੀ ਦਾ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਨਾਲੀਏਰ ਲੈ ਕੇ ਆਓ। 5 ਪੈਸੇ ਲੈ ਨਾਲੀਏਰ ਆ ਗਿਆ। ਥਾਲੀ ਵਿੱਚ ਨਾਲੀਏਰ 5 ਪੈਸੇ ਲੈ ਕੇ ਮੰਜੇ ਤੇ ਰਖਾ ਕੇ ਤੇ ਧਿਆਨ ਦੇ ਨਾਲ ਹੀ ਮਹਾਰਾਜ ਸਾਹਿਬ ਜੀ ਨੇ ਪਰਿਕਰਮਾ ਕੀਤੀਆਂ। ਗਰੀਬ ਨਵਾਜ ਨੇ ਨਮਸਕਾਰ ਕਰਕੇ ਮੱਥਾ ਟੇਕ ਕੇ ਧਿਆਨ ਦੇ ਨਾਲ ਹੀ ਦਿੱਲੀ ਤੋਂ ਗੁਰਤਾ ਦਿੱਤੀ ਹੈ, ਗੁਰਤਾ ਗੱਦੀ ਅੱਗੇ ਨਾਵੇਂ ਪਾਤਸ਼ਾਹ ਜੀ ਨੂੰ। ਫਿਰ ਰਸਨਾ ਤੋਂ ਕਹਿ ਦਿੱਤਾ ਕਿ ਬਾਬਾ ਜੀ ਬਕਾਲੇ ਨਗਰ ਵਿੱਚ ਹਨ, ਉਹ ਗੁਰਤਾ ਗੱਦੀ ਦੇ ਮਾਲਕ ਬਣ ਕੇ ਆਪੇ ਸੰਗਤਾਂ ਨੂੰ ਸੰਭਾਲ ਲੈਣਗੇ। ਬਾਬਾ ਜੀ ਬਕਾਲੇ ਨਗਰ ਵਿੱਚ ਹਨ। ਮਹਾਰਾਜ ਸਾਹਿਬ ਜੀ ਨੇ ਨਾਮ ਨਹੀਂ ਲਿਆ, ਬਾਬਾ ਆਖਿਆ ਕਿ ਬਾਬਾ ਜੀ ਬਕਾਲੇ ਨਗਰ ਦੇ ਵਿੱਚ। ਇਤਿਹਾਸ ਦੀਆਂ ਪੰਕਤੀਆਂ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। ਇਹ ਬਚਨ ਗਰੀਬ ਨਵਾਜ 8ਵੇਂ ਪਾਤਸ਼ਾਹ ਜੀ ਨੇ ਕੀਤੇ, ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੰਸਾਰੀ ਰਿਸ਼ਤੇ ਵਿੱਚੋਂ ਆਪ ਜੀ ਦੇ ਬਾਬਾ ਜੀ ਲੱਗਦੇ ਸਨ। ਦਾਦਾ ਜੀ ਨੂੰ ਬਾਬਾ ਜੀ ਕਿਹਾ ਜਾਂਦਾ ਹੈ ਤੇ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਪੂਜਨੀਕ ਦਾਦਾ ਜੀ ਹਨ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਪਿਤਾ ਜੀ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਸਭ ਤੋਂ ਛੋਟੇ ਭਰਾਤਾ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇਸ ਕਰਕੇ ਬਾਬਾ ਜੀ ਦੇ ਭਰਾ ਨੂੰ ਬਾਬਾ ਜੀ ਕਿਹਾ ਜਾਂਦਾ। ਵੱਡੇ ਥਾਂ ਤੇ ਹੋਣ ਕਰਕੇ ਸੰਸਾਰੀ ਰਿਸ਼ਤੇ ਵਿੱਚੋਂ ਆਪ ਜੀ ਨੇ ਬਾਬਾ ਅੱਖਰ ਵਰਤਿਆ ਵੀ ਬਾਬਾ ਬਕਾਲੇ। ਤਾਂ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਦੇ ਕੇ ਅੱਜ ਦੇ ਦਿਨ ਬਿਕਰਮੀ ਸੰਮਤ 1721 ਹੈ ਤੇ ਈਸਵੀ ਸਨ 1664 ਹੈ। ਸਾਧ ਸੰਗਤ ਚੇਤ ਸੁਦੀ 14 ਚੇਤ ਸੁਦੀ 14 ਦਾ ਦਿਨ। ਸੋ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਇਹ ਭਾਣਾ ਵਰਤਾਇਆ ਹੈ। ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ, ਕੱਲ ਨੂੰ ਪੂਰਨਮਾਸ਼ੀ ਦਾ ਦਿਨ ਹੈ, ਤਾਂ ਅੱਜ ਦੇ ਦਿਨ ਮਹਾਰਾਜ ਸਾਹਿਬ ਜੀ ਨੇ 1721 ਬਿਕਰਮੀ ਸੰਮਤ ਤੇ 1664 ਈਸਵੀ ਸਨ ਨੂੰ ਦਿੱਲੀ ਦੇ ਵਿੱਚ 5 ਪੈਸੇ ਨਾਲੀਅਰ ਲੈ ਕਰਕੇ ਧਿਆਨ ਨਾਲ ਗੁਰਿਆਈ ਦਿੱਤੀ ਤੇ ਉਪਰੰਤ ਸੱਚਖੰਡ ਪਿਆਨਾ ਕੀਤਾ। ਤਾਂ ਅੱਜ ਸਾਧ ਸੰਗਤ ਜੀ ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਗੁਰਿਆਈ ਪੁਰਬ ਹੈ ਤੇ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਸੱਚਖੰਡ ਜਾਣ ਦਾ ਪੁਰਬ ਹੈ। ਫਿਰ ਆਪਾਂ ਜਾਣਦੇ ਹਾਂ ਜਿਵੇਂ ਕਈ 22 ਮੰਜੀਆਂ ਲੱਗੀਆਂ ਹਨ, ਕਈ ਮੰਜੀਆਂ ਲੱਗੀਆਂ। ਬਹੁਤੇ ਇਤਿਹਾਸਕਾਰਾਂ ਨੇ 22 ਦਾ ਜ਼ਿਕਰ ਕੀਤਾ ਹੈ। ਧੀਰਮਲ ਤੋਂ ਆਦਿਕ ਬਾਬਾ ਬਕਾਲਾ ਸਾਹਿਬ ਦਾ ਲਗਭਗ 1 ਸਾਲ ਇਹ ਸਿਲਸਿਲਾ ਚੱਲਦਾ ਰਿਹਾ ਇਹ ਮੰਜੀਆਂ ਦਾ। ਪਰ ਆਉਂਦੇ ਅੱਜ ਕੱਲ ਨੂੰ ਮਹਾਰਾਜ ਸਾਹਿਬ ਨਾਵੇਂ ਪਾਤਸ਼ਾਹ ਪ੍ਰਗਟ ਹੁੰਦੇ ਆ, ਜਦੋਂ ਮੱਖਣ ਸ਼ਾਹ ਲਵਾਣੇ ਦਾ ਜਹਾਜ਼ ਬੰਨੇ ਲਾਉਂਦੇ ਆ, ਉਹ ਆ ਕੇ ਮਹਾਰਾਜ ਸਾਹਿਬ ਸਾਰਿਆਂ ਨੂੰ ਪਰਖ ਕੇ ਫਿਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪ੍ਰਗਟ ਕਰਦਾ ਹੈ। ਗੁਰ ਲਾਧੋ ਰੇ, ਗੁਰ ਲਾਧੋ ਰੇ। ਇਧਰਲੇ ਪਾਸੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚਖੰਡ ਬਿਆਨਾ ਕਰ ਜਾਂਦੇ ਆ, ਉਹ ਔਰੰਗਜ਼ੇਬ ਆਪਣੇ ਸਿਪਾਹੀਆਂ ਦੇ ਸਮੇਤ ਆਉਂਦਾ ਹੈ
कि महाराज साहब जी ने ਪਹਿਲਾਂ ਤਾਂ ਮੈਨੂੰ ਦਰਸ਼ਨ ਨਹੀਂ ਦਿੱਤੇ, ਹੁਣ ਉਹਨਾਂ ਨੇ ਸਰੀਰ ਤਿਆਗ ਦਿੱਤਾ ਹੈ ਤੇ ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਹੀ ਮੈਂ ਉਹਨਾਂ ਦੇ ਸਰੀਰ ਦੇ ਦਰਸ਼ਨ ਕਰ ਲਵਾਂ। ਜਿਸ ਵੇਲੇ ਆਇਆ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਮਲੇਸ਼ ਔਰੰਗਜ਼ੇਬ, ਤਾਂ ਕੀ ਹੋਇਆ? ਮਹਾਰਾਜ ਸਾਹਿਬ ਜੀ ਨੇ ਸੱਚਖੰਡ ਬਿਆਨਾ ਕੀਤਾ ਹੈ, ਪਾਵਨ ਸਰੀਰ ਹੈ, ਸਾਰੀਆਂ ਸੰਗਤਾਂ ਵੈਰਾਗ ਦੇ ਸਹਿਤ ਹਨ। ਜਦੋਂ ਔਰੰਗਜ਼ੇਬ ਆਇਆ ਤੇ ਉਹਨੂੰ ਮਹਾਰਾਜ ਨੇ ਫੇਰ ਦਰਸ਼ਨ ਨਹੀਂ ਦਿੱਤੇ। ਸਤਿਗੁਰੂ ਸਰਬ ਕਲਾ ਸਮਰੱਥ, ਉਹ ਕੀ ਵੇਖਦਾ ਹੈ? ਉਹਨੂੰ ਡੂੰਘੀ ਦਰਾੜ ਦਿਸਦੀ ਹੈ, ਤਰੇਲੀਓ ਤਰੇਲੀ ਹੋ ਜਾਂਦਾ ਹੈ, ਤਾਂ ਬੁਰੀ ਹਾਲਤ ਹੁੰਦੀ ਹੈ, ਬੜਾ ਭੈ ਭੀਤ ਹੁੰਦਾ ਹੈ ਔਰੰਗਜ਼ੇਬ, ਬੜਾ ਸ਼ਰਮਿੰਦਾ ਹੋਇਆ ਵਾਪਸ ਚਲੇ ਜਾਂਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਰਸ਼ਨ ਨਹੀਂ ਸੀ ਦਿੱਤੇ ਔਰੰਗਜ਼ੇਬ ਨੂੰ। ਸਰੀਰ ਤਿਆਗਣ ਤੋਂ ਬਾਅਦ ਵੀ ਜਦੋਂ ਪਾਵਨ ਸਰੀਰ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਔਰੰਗਾ, ਫਿਰ ਵੀ ਮਹਾਰਾਜ ਨੇ ਦਰਸ਼ਨ ਨਹੀਂ ਸੀ ਦਿੱਤੇ, ਖਾਲੀ ਉਸ ਨੂੰ ਵਾਪਸ ਜਾਣਾ ਪਿਆ ਸੀ। ਤੋ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਇਹ 8ਵੇਂ ਸਰੂਪ ਦੇ ਵਿੱਚ ਬੇਅੰਤ ਬਖਸ਼ਿਸ਼ਾਂ ਵਰਤਾਈਆਂ, ਰਹਿਮਤਾਂ ਵਰਤਾਈਆਂ ਤੇ ਅੱਜ ਵੀ ਵਰਤਾ ਰਹੇ ਹਨ। ਕਿਉਂਕਿ ਗੁਰਬਾਣੀ ਦਾ ਇਹ ਵਚਨ ਹੈ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੱਜ ਵੀ ਸ਼ਬਦ ਰੂਪ ਹੋ ਕਰਕੇ, ਬਾਣੀ ਰੂਪ ਹੋ ਕਰਕੇ ਸਿੱਖ ਸੰਗਤਾਂ ਤੇ ਬਖਸ਼ਿਸ਼ਾਂ ਵਰਤਾ ਰਹੇ ਹਨ। ਤੋ ਸਾਧ ਸੰਗਤ ਜੀ ਲੜੀਵਾਰ ਰੂਪ ਦੇ ਵਿੱਚ ਜੋ ਅੱਜ ਦਾ ਪਾਵਨ ਉਪਦੇਸ਼ ਮਹਾਰਾਜ ਜੀ ਬਖਸ਼ ਰਹੇ ਆ, ਦੱਖਣੀ ਓੰਕਾਰ ਬਾਣੀ ਦੇ ਅੰਦਰ ਇਹ 24 ਨੰਬਰ ਦੀ ਪੌੜੀ ਹੈ, ਜੋ ਸਾਧ ਸੰਗਤ ਜੀ 932 ਅੰਗ ਤੋਂ ਆਰੰਭ ਹੋ ਕੇ 933 ਅੰਗ ਤੇ ਪੌੜੀ ਸੰਪੂਰਨ ਹੁੰਦੀ ਹੈ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੱਧੇ ਦੇਹ ਖੁੱਲਾ ਇੱਕ ਦੰਡ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਪਣੀ ਪਾਵਨ ਰਸਨਾ ਤੋਂ ਫਰਮਾਉਂਦੇ, ਗਰੀਬ ਨਵਾਜ ਕਹਿੰਦੇ ਵੀ ਇਹ ਦੇਹ ਛਿਜ ਜਾਂਦੀ ਹੈ। ਛਿਜਣ ਤੋਂ ਭਾਵ ਹੈ ਵੀ ਇਹ ਨਾਸ ਹੋ ਜਾਂਦੀ ਹੈ। ਛੀਜੈ ਦੇਹ ਖੁੱਲ੍ਹੈ ਇੱਕ ਗੰਢ। ਇੱਕ ਗੰਢ ਹੀ ਹੈ ਅੰਦਰ ਸਵਾਸਾਂ ਦੀ ਵੱਜੀ ਹੋਈ। ਜਿਸ ਵੇਲੇ ਉਹ ਸਵਾਸਾਂ ਦੀ ਗੰਢ ਖੁੱਲ ਜਾਂਦੀ ਹੈ, ਪ੍ਰਾਣਾਂ ਦੀ ਗੰਢ ਖੁੱਲ ਜਾਂਦੀ ਹੈ ਤੇ ਇਹ ਦੇਹ ਨਾਸ ਹੋ ਜਾਂਦੀ ਹੈ। ਵੇਖੋ ਕੈਸੇ ਵਾਹਿਗੁਰੂ ਪਰਮੇਸ਼ਰ ਜੀ ਨੇ ਇਹ ਦੇਹ ਦੀ ਬਣਤਰ ਬਣਾਈ ਹੈ, ਕਿਵੇਂ ਸਵਾਸਾਂ ਦੀ ਜਿਹੜੀ ਹੈ ਉਹ ਗੰਢ ਬੰਨੀ ਹੋਈ ਹੈ। ਤੇ ਸਵਾਸ ਸਾਧ ਸੰਗਤ ਜੀ ਇਹ ਸਾਡੀ ਦੇਹ ਦੇ ਵਿੱਚ ਕਰਤਾ ਪੁਰਖ ਨੇ ਗਿਣ ਕੇ ਪਾਏ ਹੋਏ ਆ, ਗਿਣ ਕੇ। ਇੱਕ ਇੱਕ ਸਵਾਸ ਗਿਣਤੀ ਦਾ ਹੈ। ਜਿਵੇਂ ਕੋਈ ਵਸਤੂ ਆਪਾਂ ਗਿਣ ਕੇ ਕਿਸੇ ਭਾਂਡੇ ਵਿੱਚ ਪਾ ਦਈਏ, ਉਹਨੂੰ ਫਿਰ ਇੱਕ ਇੱਕ ਕਰਕੇ ਖਰਚਦੇ ਰਹੀਏ, ਕੱਢਦੇ ਰਹੀਏ, ਵਰਤਦੇ ਰਹੀਏ, ਤੇ ਇੱਕ ਵਾਰੀ ਉਹ ਫਿਰ ਵਸਤੂ ਮੁੱਕ ਜਾਵੇਗੀ ਨਾ। ਜਾਣੋ ਕਿ ਰੁਪਈਏ ਗਿਣ ਕੇ ਪਾਏ ਹੋਣ। ਜਿਵੇਂ ਛੋਟੇ ਛੋਟੇ ਬੱਚੇ ਉਹ ਕਈ ਵਾਰੀ ਉਹ ਬੁਗਣੀ ਜੀ ਦੇ ਵਿੱਚ ਰੁਪਈਏ ਪਾਉਂਦੇ ਆ ਚਾਂਦੀ ਦੇ। ਇੱਕ ਭਾਂਡਾ ਜਿਹਾ ਮਿੱਟੀ ਦੇ ਜਾਂ ਇਸੇ ਤਰ੍ਹਾਂ ਲੋਹੇ ਦੇ ਬਣੇ ਵੀ ਉਹ ਮਿਲਦੇ ਆ। ਬੱਚਿਆਂ ਦਾ ਇੱਕ ਇਸ ਤਰ੍ਹਾਂ ਦਾ ਸ਼ੌਂਕ ਹੁੰਦਾ ਹੈ, ਉਹਦੇ ਵਿੱਚ ਉਹ ਚਾਂਦੀ ਦੇ ਰੁਪਈਏ ਆਪਣੇ ਮਾਤਾ ਪਿਤਾ ਤੋਂ ਲੈ ਕੇ ਗਿਣ ਗਿਣ ਕੇ ਵਿੱਚ ਪਾਉਂਦੇ ਰਹਿੰਦੇ। ਕੋਈ ਵੀ ਵਸਤੂ ਜਾਣੋ ਕਿ ਜਿਹੜੀ ਗਿਣ ਕੇ ਪਾਈ ਹੋਵੇ ਤੇ ਫਿਰ ਉਹਨੂੰ ਕੱਢ ਕੇ ਵਰਤਦੇ ਰਹੀਏ ਤੇ ਉਹ ਗਿਣਤੀ ਦੀ ਚੀਜ਼ ਮੁੱਕ ਹੀ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਸਰੀਰ ਇੱਕ ਭਾਂਡਾ ਹੈ, ਇਹਦੇ ਵਿੱਚ ਸਵਾਸ, ਇਹ ਪ੍ਰਾਣ ਕਰਤਾ ਪੁਰਖ ਨੇ ਗਿਣ ਕੇ ਪਾਏ ਹੋਏ ਆ ਤੇ ਇਹਨੂੰ ਅਸੀਂ ਰੋਜ਼ ਵਰਤ ਰਹੇ ਆ। ਸਵਾਸਾਂ ਨੂੰ ਰੋਜ਼ ਕੱਢ ਕੱਢ ਕੇ ਵਰਤੀ ਜਾ ਰਹੇ ਆ ਤੇ ਇਹ ਖਰਚ ਹੁੰਦੇ ਜਾਂਦੇ, ਮੁੱਕਦੇ ਜਾਂਦੇ। ਇਹ ਵਧਨੇ ਨਹੀਂ ਸਵਾਸ ਸਾਡੇ। ਇੱਕ ਤਿਲ ਜਿੰਨੇ ਵੀ ਮਹਾਰਾਜ ਕਹਿੰਦੇ ਵੱਧ ਨਹੀਂ ਸਕਦੇ, ਤਿਲ ਜਿੰਨਾ ਵੀ ਘਟ ਨਹੀਂ ਸਕਦੇ। ਨਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਣ ਤਿਲ ਸਾਰ। ਜੀਵਨ ਲੋ ਰਹਿ ਭਰਮ ਮੋਹ, ਨਾਨਕ ਤੇਊ ਗਵਾਰ।
ਗਰੀਬ ਨਵਾਜ ਕਹਿੰਦੇ ਜਿਹੜਾ ਭਰਮ ਦੇ ਵਿੱਚ ਮੋਹ ਵਿੱਚ ਪੈ ਕਰਕੇ ਜੀਵਨ ਲੋੜਦਾ ਹੈ ਨਾ, ਉਹ ਤਾਂ ਗਵਾਰ ਹੈ। ਤਿਲ ਜਿੰਨੇ ਵੀ ਵੱਧ ਘਟ ਨਹੀਂ ਸਕਦੇ, ਆਪਣੇ ਆਪ ਨਹੀਂ ਵੱਧ ਸਕਦੇ। ਜਿੰਨੇ ਵਾਹਿਗੁਰੂ ਨੇ ਪਾ ਦਿੱਤੇ ਓਨੇ ਭੋਗਣੇ ਪੈਣੇ। ਹਾਂ, ਜੇ ਉਹ ਪਰਮੇਸ਼ਰ ਇਹਨਾਂ ਨੂੰ ਘਟਾਉਣਾ ਚਾਹਵੇ ਤੇ ਉਹ ਜਿੰਨੇ ਪਾਏ ਇਹਦੇ ਨਾਲੋਂ ਵੀ ਘਟਾ ਸਕਦਾ ਹੈ। ਜੇ ਉਹ ਵਧਾਉਣਾ ਚਾਹਵੇ ਤੇ ਜਿੰਨੇ ਉਹਨੇ ਪਾਏ ਇਹਨਾਂ ਨਾਲੋਂ ਵੀ ਵਧਾ ਸਕਦਾ ਹੈ। ਉਹਦੇ ਹੱਥ ਵਿੱਚ ਸਭ ਕੁਝ ਹੈ, ਪਰ ਜਿੰਨੇ ਉਹਨੇ ਪਾ ਦਿੱਤੇ ਆ ਇਹ ਬਸ ਓਨੇ ਭੋਗਣੇ ਆ, ਜੀਵਨੇ। ਨਾ ਇਹ ਤਿਲ ਜਿੰਨੇ ਆਪਣੇ ਆਪ ਵਧਣੇ ਆ ਤੇ ਨਾ ਤਿਲ ਜਿੰਨੇ ਘਟਣੇ। ਸਤਿਗੁਰੂ ਕਹਿੰਦੇ ਵੀ ਇਹ ਗੰਢ ਬੰਨੀ ਹੋਈ ਹੈ ਸਵਾਸਾਂ ਦੀ। ਵੇਖੋ ਕਿਵੇਂ ਸਵਾਸਾਂ ਦੀ ਕਿਰਿਆ ਆਪਣੇ ਆਪ ਚੱਲਦੀ ਰਹਿੰਦੀ ਹੈ। ਜਨਮ ਤੋਂ ਲੈ ਕੇ ਮਰਨ ਤੱਕ ਸਵਾਸਾਂ ਦੀ ਕਿਰਿਆ ਚੱਲਦੀ ਹੈ। 24 ਘੰਟੇ ਸਵਾਸਾਂ ਦੀ ਕਿਰਿਆ ਚੱਲਦੀ, 8 ਪਹਿਰ ਸਵਾਸਾਂ ਦੀ ਕਿਰਿਆ ਚੱਲਦੀ ਹੈ। ਅਸੀਂ ਤੁਰਦੇ ਫਿਰਦੇ ਹੋਈਏ ਤਾਂ ਸਵਾਸ ਚੱਲਦੇ, ਬੈਠੇ ਹੋਈਏ ਤਾਂ ਸਵਾਸ ਚੱਲਦੇ, ਲੰਮੇ ਪਏ ਹੋਈਏ ਤਾਂ ਸਵਾਸ ਚੱਲਦੇ, ਖਾਂਦੇ ਪੀਂਦੇ ਹੋਈਏ ਤਾਂ ਸਵਾਸ ਚੱਲਦੇ, ਹੱਸਦੇ ਰੋਂਦੇ ਹੋਈਏ ਤਾਂ ਸਵਾਸ ਚੱਲਦੇ, ਖੁਸ਼ੀ ਦੇ ਸਹਿਤ ਹੋਈਏ, ਗਮੀ ਦੇ ਸਹਿਤ ਹੋਈਏ, ਲਾਭ ਦੇ ਵਿੱਚ ਹੋਈਏ, ਘਾਟੇ ਵਿੱਚ ਹੋਈਏ, ਸਵਾਸਾਂ ਦੀ ਕਿਰਿਆ ਚੱਲਦੀ ਰਹਿੰਦੀ। ਜਾਗਦੇ ਹੋਈਏ ਤਾਂ ਵੀ ਸਵਾਸ ਚੱਲਦੇ ਆ, ਸੁੱਤੇ ਹੋਈਏ ਤਾਂ ਵੀ ਸਵਾਸਾਂ ਦੀ ਕਿਰਿਆ ਚੱਲਦੀ ਰਹਿੰਦੀ। ਕੈਸੀ ਇਹ ਕਿਰਿਆ ਪਰਮੇਸ਼ਰ ਵਾਹਿਗੁਰੂ ਜੀ ਨੇ ਬਣਾਈ, ਕੈਸੀ ਇਹ ਸਵਾਸਾਂ ਦੀ ਗੰਢ ਬੰਨੀ ਹੋਈ ਹੈ। ਕੈਸਾ ਉਹ ਸਿਰਜਣਹਾਰ ਹੈ, ਕੈਸਾ ਬਣਾਉਣ ਵਾਲਾ ਹੈ, ਉਹਦੀ ਬਣਾਈ ਹੋਈ ਰਚਨਾ ਹੈ ਕੈਸੀ, ਕਿਆ ਸੋਹਣੀ ਹੈ। ਤੇ ਇੱਕ ਅੰਦਰ ਗੰਢ ਬੰਨੀ ਹੋਈ ਹੈ ਜੋ ਸਾਡੀ ਨਾਭੀ ਹੈ, ਧੁੰਨੀ ਹੈ, ਇਹਦੇ ਆਲੇ ਦੁਆਲੇ ਇਹ ਸਵਾਸਾਂ ਦੀ ਗੰਢ ਬੰਨੀ ਹੋਈ ਹੈ ਕਰਤਾ ਪੁਰਖ ਨੇ। ਮਹਾਂਪੁਰਖ ਦੱਸਦੇ, ਕਹਿੰਦੇ ਵੀ ਜਿਵੇਂ ਮਧਾਣੀ ਦੇ ਆਲੇ ਦੁਆਲੇ ਰੱਸੀ ਹੁੰਦੀ ਹੈ ਨਾ, ਜਿਹਨੂੰ ਨੇਤਰਾ ਕਹਿ ਦਿੰਦੇ, ਨੇਤਰਾ ਮਧਾਣੀ ਦੇ। ਆ ਲੱਕੜ ਦੀਆਂ ਮਧਾਣੀਆਂ ਜੋ ਮਾਈਆਂ ਹੁਣ ਵੀ ਪਿੰਡਾਂ ਦੇ ਵਿੱਚ ਕਿਤੇ ਕਿਤੇ ਹੈ, ਹੁਣ ਤਾਂ ਆ ਲਾਈਟ ਨਾਲ ਚੱਲਣ ਵਾਲੀਆਂ ਮਧਾਣੀਆਂ ਹੀ ਆ ਗਈਆਂ। ਪੁਰਾਣੀਆਂ ਮਧਾਣੀਆਂ ਜਿਹੜੀਆਂ ਹੱਥ ਦੇ ਨਾਲ ਉਹ ਨੇਤਰਾ ਫੜ ਕਰਕੇ ਤੇ ਉਹਨਾਂ ਨੂੰ ਗੇੜਿਆ ਜਾਂਦਾ ਸੀ, ਤੇ ਉਹ ਮਧਾਣੀ ਦੇ ਆਲੇ ਦੁਆਲੇ ਜਿਹੜੀ ਰੱਸੀ ਲਪੇਟੀ ਹੁੰਦੀ ਸੀ ਉਹਨੂੰ ਨੇਤਰਾ ਕਹਿ ਦਿੰਦੇ, ਨੇਤਰਾ। ਜਿਵੇਂ ਉਹ ਮਧਾਣੀ ਦੇ ਆਲੇ ਦੁਆਲੇ ਨੇਤਰਾ ਲਪੇਟਿਆ ਹੋਇਆ ਹੈ, ਇਸੇ ਤਰ੍ਹਾਂ ਸਾਡੀ ਨਾਭੀ, ਸਾਡੀ ਧੁੰਨੀ ਦੇ ਆਲੇ ਦੁਆਲੇ ਸਵਾਸਾਂ ਦੀ ਜਿਹੜੀ ਹਵਾ ਹੈ, ਇਹ ਪ੍ਰਾਣਾ ਦੀ ਹਵਾ ਹੈ। ਇਹ ਕਰਤਾ ਪੁਰਖ ਨੇ ਇਸ ਤਰ੍ਹਾਂ ਇਹਦੀ ਕਿਰਿਆ ਬਣਾਈ ਹੋਈ ਹੈ। ਤਾਂ ਐਸੀ ਜਿਹੜੀ ਇਹ ਹਵਾ ਹੈ, ਉਂਝੇ ਸਵਾਸ ਕਈ ਪ੍ਰਕਾਰ ਦੇ ਹਨ। ਇਹ ਮਹਾਂਪੁਰਖ ਦੱਸਦੇ ਆ ਵੀ ਇਹ 10 ਪ੍ਰਕਾਰ ਦੇ ਸਵਾਸ ਹਨ ਸਾਡੇ ਸਰੀਰ ਦੇ ਅੰਦਰ, 10 ਪ੍ਰਕਾਰ ਦੇ ਪ੍ਰਾਣ। 5 ਜਿਹੜੇ ਮੁੱਖ ਪ੍ਰਾਣ ਹਨ ਤੇ 5 ਉਪ ਪ੍ਰਾਣ ਹਨ। ਇਹਨਾਂ ਪ੍ਰਾਣਾਂ ਦੇ ਨਾਲ ਹੀ ਸਾਡੇ ਸਾਰੇ ਸਰੀਰ ਦੀ ਜਿਹੜੀ ਹੈ ਨਾ ਉਹ ਕਿਰਿਆ ਚੱਲਦੀ ਹੈ। ਹਵਾ ਹੀ ਹੈ ਇੱਕ ਤਰ੍ਹਾਂ ਦੀ ਪ੍ਰਾਣ, ਹੋਰ ਕੀ ਹੈ, ਹਵਾ ਹੀ ਹੈ। ਜਿਹੜੇ ਸਾਨੂੰ ਸਵਾਸ ਆਉਂਦੇ ਜਾਂਦੇ ਆ, ਇਹਨਾਂ ਇਸ ਹਵਾ ਦੇ ਕਰਕੇ ਹੀ ਹੈ। ਇਹਦੇ ਕਰਕੇ ਉਬਾਸੀ ਲੈਣੀ, ਡਕਾਰ ਲੈਣਾ, ਅਸ਼ਿਕ ਆਉਣੀ ਆਦਿ ਜਿਹੜੀ ਕਿਰਿਆ ਸਰੀਰ ਦੀ ਹੈ, ਸਾਰੀ ਸਵਾਸਾਂ ਦੀ ਕਿਰਿਆ ਹੀ ਹੈ, ਹਵਾ ਦੀ ਹੈ। ਤਾਂ ਇੱਕ ਗੰਢ ਵੱਜੀ ਹੋਈ ਹੈ, ਉਹ ਜਿਸ ਵੇਲੇ ਸਮਾਂ ਪੂਰਾ ਹੋ ਜਾਂਦਾ ਹੈ ਤੇ ਉਸ ਮੌਕੇ ਤੇ ਉਹ ਨਾਭੀ ਦੇ ਲਾਗੇ ਜਿਹੜੀ ਹੈ ਗੰਢ ਵੱਜੀ ਹੈ ਸਵਾਸਾਂ ਦੀ, ਉਹ ਗੰਢ ਖੁੱਲ ਜਾਂਦੀ ਹੈ ਵਾਹਿਗੁਰੂ ਦੇ ਹੁਕਮ ਦੇ ਨਾਲ। ਉਹ ਵੱਜੀ ਹੋਈ ਗੰਢ ਜਿਸ ਵੇਲੇ ਖੁੱਲ ਜਾਂਦੀ ਹੈ ਨਾ, ਜਦੋਂ ਆਖਰੀ ਸਵਾਸ ਜਿਸ ਵੇਲੇ ਉਹ ਸਵਾਸਾਂ ਦੀ ਕਿਰਿਆ ਸਮਾਪਤ ਹੋਣੀ ਹੈ, ਉਹ ਗੰਢ ਖੁੱਲ ਜਾਂਦੀ ਹੈ ਤੇ ਸਵਾਸਾਂ ਦੀ ਸਮਾਪਤੀ ਹੋ ਜਾਂਦੀ ਹੈ ਵਾਹਿਗੁਰੂ ਦੇ ਹੁਕਮ ਦੇ ਨਾਲ। ਤੇ ਇਹ ਸਾਡਾ ਸਰੀਰ ਜਿਹੜਾ ਹੈ ਇਹ ਨਾਸ ਹੋ ਜਾਂਦਾ। ਛੀਜੈ ਦੇਹ ਖੁੱਲੈ ਇੱਕ ਗੰਢ, ਇੱਕ ਅੰਦਰ ਜਿਹੜੀ ਗੰਢ ਦਿੱਤੀ ਹੋਈ ਹੈ ਨਾ ਇਹ ਸਵਾਸਾਂ ਦੀ, ਉਹ ਜਦੋਂ ਗੰਢ ਖੁੱਲ ਜਾਂਦੀ ਹੈ ਵਾਹਿਗੁਰੂ ਦੇ ਹੁਕਮ ਦੇ ਨਾਲ ਤੇ ਸਾਡੀ ਦੇਹ, ਸਾਡਾ ਸਰੀਰ
ਇਹ ਛਿੱਜ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਛਿਆ ਨਿਤ ਦੇਖੋ ਜਗ ਹੰਡ। ਮਹਾਰਾਜ ਕਹਿੰਦੇ ਜਗ ਸਾਰੇ ਦੇ ਵਿੱਚ ਹੰਡ ਕੇ ਭਾਵ ਵਿਚਰ ਕੇ ਫਿਰ ਕੇ ਹੰਢਾ ਕੇ ਸੰਸਾਰ ਨੂੰ ਵੇਖ ਲਓ, ਘੁੰਮ ਘੁਮਾ ਕੇ ਸਾਰੇ ਸੰਸਾਰ ਵਿੱਚ ਮਹਾਰਾਜ ਕਹਿੰਦੇ ਵੇਖ ਲਓ, ਇਹ ਸਾਰੇ ਜਿੰਨੇ ਵੀ ਸਰੀਰ ਆ ਨਾ ਛਿਆਨਿਤ, ਇਹ ਖੈ ਹੋਣ ਵਾਲੇ ਹਨ, ਸਾਰੇ ਹੀ ਨਾਸ ਹੋਣ ਵਾਲੇ। ਸਾਰੇ ਸੰਸਾਰ ਦੇ ਵਿੱਚ ਤੁਰ ਫਿਰ ਕੇ ਵੇਖ ਲਓ ਭਾਈ, ਕੋਈ ਵੀ ਸਦਾ ਰਹਿਣ ਵਾਲਾ ਨਹੀਂ ਹੈ। ਦੇਹ ਤਾਂ ਕਿਸੇ ਦੀ ਵੀ ਸਦਾ ਨਹੀਂ ਰਹਿੰਦੀ ਹੈ, ਸਰੀਰ ਤਾਂ ਨਾਸਵਾਨ ਹੀ ਹੈ। ਸਰੀਰ ਤਾਂ ਹਰ ਇੱਕ ਨੂੰ ਤਿਆਗਣਾ ਹੀ ਪੈਂਦਾ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਸੰਸਾਰ ਦੀ ਹਾਲਤ ਕਥਨ ਕਰਦਿਆਂ ਇੱਕ ਵਾਰੀ ਨਹੀਂ ਅਨੇਕਾਂ ਵਾਰੀਆਂ ਇਹ ਬਚਨ ਕਹੇ। ਗਰੀਬ ਨਵਾਜ ਕਹਿੰਦੇ ਇਹ ਕੂੜ ਹੈ, ਝੂਠ ਹੈ, ਮਿਥਿਆ ਹੈ, ਨਾਸਵਾਨ ਹੈ। ਮ੍ਰਿਤ ਮੰਡਲ ਜਗ ਸਾਜਿਆ, ਜਿਉ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲੱਗ ਗਈ, ਜਿਉ ਕਾਗਦ ਬੂੰਦਾਰ। ਸੁਣ ਮੇਰੀ ਮਨਸਾ ਮਨੈ ਮਾਹੇ, ਸਤ ਦੇਖ ਵਿਚਾਰ। ਸਿੱਧ ਸਾਧਕ ਗਿਰਹਿ, ਜੋਗੀ ਤਾਜ ਗਏ ਘਰ ਬਾਰ। ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ, ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲੱਗਹਿ ਗਵਾਰ। ਕਹਾ ਸੋ ਭਾਈ ਮੀਤ ਹੈ, ਦੇਖ ਨੈਣ ਪਸਾਰ। ਇਕ ਚਾਲੇ ਇਕ ਚਾਲ ਸਹਿ ਸਭ ਆਪਣੀ ਵਾਰ। ਜਿਨ ਪੂਰਾ ਸਤਿਗੁਰ ਸੇਵਿਆ, ਸੇ ਅਸਥਿਰ ਹਰ ਦੁਆਰ। ਜਨ ਨਾਨਕ ਹਰਿ ਕਾ ਦਾਸ ਹੈ, ਰਾਖ ਪੈਜ ਮੁਰਾਰ। ਇੱਕ ਚਲੇ ਗਏ ਇੱਕ ਜਾਣ ਨੂੰ ਤਿਆਰ, ਸਭ ਆਪਣੀ ਆਪਣੀ ਵਾਰੀ ਦੇ ਨਾਲ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਵੇਖ ਲਓ ਸੰਸਾਰ ਦੇ ਵਿੱਚ ਵਿਚਰ ਕੇ ਵੇਖੋ, ਸੰਸਾਰ ਵਿੱਚ ਕੋਈ ਵੀ ਸਰੀਰ ਸਦਾ ਰਹਿਣ ਵਾਲਾ ਨਹੀਂ ਹੈ। ਇਹ ਦੇਹਾਂ ਨਾਸਵਾਨ ਹਨ, ਖਾਇਓ ਜਾਣ ਵਾਲੀਆਂ ਹਨ। ਤਾਂ ਗਰੀਬ ਨਵਾਜ ਸਾਹਿਬ ਜੀ ਐਸਾ ਫਰਮਾਉਂਦੇ, ਰਹਿਣ ਨਾ ਪਾਵਹਿ ਸੁਰ ਨਰ ਦੇਵਾ। ਊਠ ਸਿਧਾਰੇ ਕਰ ਮਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਬਾਦਸ਼ਾਹ ਸਾਹ ਵਾਪਾਰੀ ਮਰਨਾ, ਜੋ ਦੀਸੈ ਸੋ ਕਾਲਹਿ ਖਰਨਾ। ਕੂੜੈ ਮੋਹੇ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕ ਕਉ ਕਰਹੁ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਇਸ ਕਰਕੇ ਬੇਨਤੀ ਇਹ ਕਰੀਏ ਕਿ ਹੇ ਕਿਰਪਾ ਨਿਧਾਨ, ਸਾਡੇ ਤੇ ਤਰਸ ਕਰ, ਆਪਣੀ ਦਾਤ ਕਰ। ਹੇ ਦਾਤਾ ਆਪਣੀ ਦਾਤ ਦੇ, ਅਸੀਂ ਤੇਰਾ ਨਾਮ ਸਦਾ ਜਪਦੇ ਰਹੀਏ। ਤਾਂ ਸਤਿਗੁਰੂ ਕਹਿੰਦੇ ਇਹ ਦੇਹ ਨਾਸਮਾਨ ਹਨ, ਜਗ ਵਿੱਚ ਵਿਚਰ ਕਰਕੇ ਵੇਖ ਲਵੋ। ਧੂਪ ਛਾਵ ਜੇ ਸਮ ਕਰ ਜਾਣੈ। ਮਹਾਰਾਜ ਨਾਸ ਹੋਣ ਤੋਂ ਕੋਈ ਬਚ ਵੀ ਸਕਦਾ ਹੈ? ਸੰਸਾਰ ਸਾਰਾ ਨਾਸਵਾਨ, ਦੇਹਾਂ ਨਾਸ ਹੋਣ ਵਾਲੀਆਂ, ਸਰੀਰ ਨਾਸ ਹੋਣ ਵਾਲੇ ਹਨ। ਪਰ ਇਹਦੇ ਤੋਂ ਬਚਿਆ ਵੀ ਜਾ ਸਕਦਾ, ਕੋਈ ਤਰੀਕਾ ਹੈ ਬਚਣ ਦਾ? ਸਤਿਗੁਰੂ ਕਹਿੰਦੇ ਹਾਂ ਹੈ ਤਰੀਕਾ। ਜੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦਾ ਧਾਰਨੀ ਹੋਵੇ। ਧੂਪ ਛਾਵ ਜੇ ਸਮ ਕਰ ਜਾਣੈ। ਜੇ ਇਹ ਜੀਵ ਧੁੱਪ ਨੂੰ ਤੇ ਛਾਂ ਨੂੰ ਬਰਾਬਰ ਕਰਕੇ ਜਾਣ ਲਵੇ, ਧੁੱਪ ਨੂੰ ਤੇ ਛਾਂ ਨੂੰ ਦੋਨਾਂ ਨੂੰ ਬਰਾਬਰ ਕਰਕੇ ਜਾਣੇ। ਧੁੱਪ ਤੇ ਛਾਂ ਕੀ ਹੈ? ਭਾਵ ਸਾਰੇ ਕੁਝ ਨੂੰ ਬਰਾਬਰ ਕਰਕੇ ਜਾਣੇ। ਜੇ ਆਪਣਾ ਜੀਵਨ ਇਹ ਸਮ ਰੱਖੇ, ਬਰਾਬਰ ਰੱਖੇ, ਤੇ ਬਰਾਬਰ ਕਿਵੇਂ ਰਹਿ ਸਕਦਾ ਹੈ? ਗੁਰੂ ਕੇ ਉਪਦੇਸ਼ ਨਾਲ, ਗੁਰੂ ਕੀ ਕਿਰਪਾ ਦੇ ਨਾਲ। ਜਦੋਂ ਗੁਰੂ ਕੀ ਸਿੱਖਿਆ ਦਾ ਧਾਰਨੀ ਹੋ ਜੇ ਆਵੇਗਾ, ਫਿਰ ਇਹ ਧੁੱਪ ਤੇ ਛਾਂ ਨੂੰ ਬਰਾਬਰ ਸਮਝ ਸਕਦਾ। ਧੁੱਪ ਦੁੱਖ ਰੂਪ ਹੈ, ਛਾਂ ਸੁਖ ਰੂਪ ਹੈ। ਜਦੋਂ ਅੱਤ ਦੀ ਗਰਮੀ ਧੁੱਪ ਲੱਗਦੀ ਹੈ ਤੇ ਫਿਰ ਇਨਸਾਨ ਛਾਂ ਭਾਲਦਾ ਹੈ, ਛਾਵੇਂ ਜਾਂਦਾ ਹੈ। ਧੁੱਪੇ ਇਹਦੇ ਪੈਰ ਸੜਦੇ ਆ,
ਸਰੀਰ ਸੜਦਾ ਹੈ। ਧੁੱਪ ਦੇ ਕਾਰਨ ਇਹ ਦੁਖੀ ਹੁੰਦਾ ਹੈ, ਫਿਰ ਭੱਜ ਕੇ ਕਿਤੇ ਛਾਵੇਂ ਜਾ ਕੇ ਖਲੋਂਦਾ ਹੈ ਤੇ ਛਾਵੇਂ ਇਹਨੂੰ ਸੁੱਖ ਪ੍ਰਾਪਤ ਹੁੰਦਾ ਹੈ, ਆਰਾਮ ਪ੍ਰਾਪਤ ਹੁੰਦਾ ਹੈ। ਧੁੱਪ ਤੋਂ ਭਾਵ ਹੈ ਦੁੱਖ, ਛਾਂ ਤੋਂ ਭਾਵ ਹੈ ਸੁੱਖ। ਧੁੱਪ ਤੋਂ ਭਾਵ ਹੈ ਲਾਭ, ਵਾਹਿਗੁਰੂ ਘਾਟਾ, ਤੇ ਛਾਂ ਤੋਂ ਭਾਵ ਹੈ ਲਾਭ। ਧੂਪ ਛਾਵ, ਦੁੱਖ ਤੇ ਸੁੱਖ, ਵਾਧਾ ਤੇ ਘਾਟਾ। ਇਸੇ ਤਰ੍ਹਾਂ ਧੂਪ ਗਮੀ ਤੇ ਛਾਵ ਇਹ ਖੁਸ਼ੀ। ਖੁਸ਼ੀ ਤੇ ਗਮੀ ਦੇ ਵਿੱਚ ਜੇ ਬਰਾਬਰ ਕਰਕੇ ਜਾਣੇ, ਸੁੱਖ ਤੇ ਦੁੱਖ ਵਿੱਚ ਜੇ ਬਰਾਬਰ ਬਿਰਤੀ ਰੱਖੇ ਤੇ ਬਰਾਬਰ ਕਿਵੇਂ ਰਵੇਗੀ? ਗੁਰੂ ਕੇ ਨਾਮ ਦਾ ਸਦਕਾ, ਗੁਰੂ ਸਾਹਿਬ ਜੀ ਦੇ ਉਪਦੇਸ਼ ਦਾ ਸਦਕਾ। ਜਦੋਂ ਗੁਰੂ का उपदेश ਹਿਰਦੇ ਵਸੇਗਾ, ਗੁਰੂ ਕੀ ਆਗਿਆ ਹਿਰਦੇ ਵਿੱਚ ਵਸੇਗੀ, ਫਿਰ ਹੀ ਧੁੱਪ ਤੇ ਛਾਂ ਨੂੰ ਬਰਾਬਰ ਕਰਕੇ ਜਾਣ ਸਕਦਾ। ਉਸਤਤੀ, ਨਿੰਦਿਆ, ਨਫਾ, ਘਾਟਾ, ਤੋ ਇਹ ਸਾਰਾ ਕੁਝ ਜੋ ਕੋਈ ਸੰਸਾਰ ਦੇ ਵਿੱਚ ਦੁੰਦਵਾਦ ਵਰਤਦਾ ਹੈ, ਕਿਉਂਕਿ ਦੋ ਚੀਜ਼ਾਂ ਚੱਲਦੀਆਂ ਸੰਸਾਰ ਵਿੱਚ। ਜੇ ਜਨਮ ਹੈ ਤਾਂ ਮਰਨ ਹੈ, ਜੇ ਖੁਸ਼ੀ ਹੈ ਤਾਂ ਗਮੀ ਹੈ, ਉਸਤਤੀ ਹੈ ਤਾਂ ਨਿੰਦਿਆ ਹੈ, ਜੇ ਲਾਭ ਹੈ ਤੇ ਘਾਟਾ ਵੀ ਜ਼ਰੂਰ ਹੈ, ਜੇ ਤੰਦਰੁਸਤੀ ਹੈ ਤਾਂ ਬਿਮਾਰੀ ਵੀ ਹੈ। ਬਹੁਤ ਕੁਝ ਇਸ ਤਰ੍ਹਾਂ ਦਾ ਇਹ ਜੋੜਾ ਜੋੜਾ ਹੀ ਹੈ। ਪਰ ਮਹਾਰਾਜ ਕਹਿੰਦੇ ਜੇ ਬਰਾਬਰ ਕਰਕੇ ਜਾਣੇ, ਤੇ ਬਰਾਬਰ ਕਦੋਂ ਜਾਣ ਸਕਦਾ ਹੈ? ਇਨਸਾਨ ਤਾਂ ਕਹਿੰਦਾ ਮੈਨੂੰ ਸੁੱਖ ਮਿਲੇ, ਦੁੱਖ ਕਦੀ ਆਵੇ ਹੀ ਨਾ। ਇਹ ਕਹਿੰਦਾ ਛਾਂ ਮੈਨੂੰ ਪ੍ਰਾਪਤ ਹੋਵੇ, ਧੁੱਪ ਤਾਂ ਆਵੇ ਹੀ ਨਾ। ਕਹਿੰਦਾ ਲਾਭ ਹੀ ਮਿਲਣਾ ਚਾਹੀਦਾ, ਘਾਟਾ ਨਹੀਂ ਹੋਣਾ ਚਾਹੀਦਾ। ਜਨਮ ਹੋ ਗਿਆ ਹੈ, ਜਨਮ ਹੀ ਹੋਣਾ ਚਾਹੀਦਾ ਹੈ, ਮਰਨ ਨਹੀਂ ਹੋਣਾ ਚਾਹੀਦਾ। ਇੱਕ ਚੀਜ਼ ਮੰਗਦਾ ਹੈ, ਕਹਿੰਦਾ ਦੂਜੀ ਨਹੀਂ ਹੋਣੀ ਚਾਹੀਦੀ, ਪਰ ਹਰੇਕ ਦੇ ਪਿੱਛੇ ਦੂਸਰੀ ਖਲੋਤੀ ਹੈ। ਐਸਾ ਤਾਂ ਹੋ ਹੀ ਨਹੀਂ ਸਕਦਾ। ਉਹ ਕਿਹੜਾ ਜਨਮ ਹੈ ਜਿਹਦੇ ਪਿੱਛੇ ਮਰਨ ਨਹੀਂ ਹੈ? ਉਹ ਕਿਹੜੀ ਉਸਤਤੀ ਹੈ ਜਿਹਦੇ ਪਿੱਛੇ ਨਿੰਦਿਆ ਨਹੀਂ ਹੈ? ਉਹ ਕਿਹੜਾ ਲਾਭ ਹੈ ਜਿਹਦੇ ਪਿੱਛੇ ਘਾਟਾ ਨਹੀਂ ਹੈ? ਉਹ ਕਿਹੜੀ ਜਵਾਨੀ ਹੈ ਜਿਹਦੇ ਪਿੱਛੇ ਬਿਰਧ ਅਵਸਥਾ ਨਹੀਂ ਹੈ? ਉਹ ਕਿਹੜਾ ਜਨਮ ਹੈ ਜਿਹਦੇ ਪਿੱਛੇ ਮਰਨ ਨਹੀਂ ਹੈ? ਉਹ ਕਿਹੜਾ ਵਾਧਾ ਹੈ ਜਿਹਦੇ ਪਿੱਛੇ ਘਾਟਾ ਨਹੀਂ ਹੈ? ਇਹ ਦੁਨੀਆ ਤੇ ਦੋਵਾਂ ਨੀਆਂ ਤੇ ਖਲੋਤੀ ਹੈ। ਇਹ ਦੋਵੇਂ ਰਸਤੇ ਦੇ ਵਿੱਚ ਚੱਲਦੇ ਹੈ। ਚਾਨਣਾ ਵੀ ਹੈ, ਹਨੇਰਾ ਵੀ ਹੈ, ਚੜ੍ਹਦਾ ਵੀ ਹੈ, ਲਹਿੰਦਾ ਵੀ ਹੈ, ਦਿਨ ਵੀ ਹੈ, ਰਾਤ ਵੀ ਹੈ। ਪਰ ਮਹਾਰਾਜ ਕਹਿੰਦੇ ਜੇ ਦੋਨਾਂ ਨੂੰ ਬਰਾਬਰ ਜਾਣ, ਸਮਤੋਲੇ ਦੇ ਜੀਵਨ ਵਿੱਚ ਬਣ ਜਾਵੇ, ਬਰਾਬਰ ਬਣ ਜਾਵੇ। ਉਹ ਕਿਵੇਂ ਬਣੇਗਾ? ਪ੍ਰਭ ਕੀ ਆਗਿਆ ਆਤਮ ਹਿਤਾਵੈ। ਜਦੋਂ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸੇਗਾ, ਨਾਮ ਦੇ ਨਾਲ ਇਹਦੀ ਸਾਂਝ ਬਣੇਗੀ, ਬਾਣੀ ਨਾਲ ਜੁੜੇਗਾ, ਫਿਰ ਵਾਹਿਗੁਰੂ ਦੀ ਆਗਿਆ ਇਹਨੂੰ ਮਿੱਠੀ ਲੱਗਣ ਲੱਗ ਪਵੇਗੀ। ਆਗਿਆ ਨੂੰ ਉਲਟਾਉਣਾ ਨਹੀਂ, ਆਗਿਆ ਨੂੰ ਮੋੜਨਾ ਨਹੀਂ। ਫਿਰ ਗੁਰੂ ਸਾਹਿਬ ਜੀ ਇਹਨੂੰ ਸਮਰੱਥਾ ਦੇਣਗੇ, ਭਾਣੇ ਵਿੱਚ ਰਹਿਣ ਦਾ ਇਹਨੂੰ ਬਲ ਪ੍ਰਾਪਤ ਹੋ ਜਾਵੇਗਾ। ਆਗਿਆ ਇਹਨੂੰ ਮਿੱਠੀ ਪਿਆਰੀ ਲੱਗਣ ਲੱਗ ਪਵੇਗੀ, ਜਿਸ ਨੂੰ ਮਹਾਰਾਜ ਨੇ ਆਖਿਆ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਫਿਰ ਮਹਾਰਾਜ ਨੇ ਆਖਿਆ ਤੈਸਾ ਹਰਖ ਤੈਸਾ ਉਸ ਸੋਗ। ਉਹੋ ਜਿਹਾ ਉਹਦੇ ਵਾਸਤੇ ਹਰਖ ਹੈ ਤੇ ਉਹੋ ਜਿਹਾ ਸੋਗ ਹੈ ਜਿਹਦੇ ਹਿਰਦੇ 'ਚ ਪ੍ਰਭੂ ਦੀ ਆਗਿਆ ਵਸ ਜਾਂਦੀ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ। ਫਿਰ ਉਹ ਸਦਾ ਆਨੰਦ 'ਚ ਰਹਿੰਦਾ ਹੈ, ਕਿਉਂਕਿ ਆਨੰਦ ਦਾ ਦਾਤਾ ਸਤਿਗੁਰੂ ਹੈ। ਆਨੰਦ ਦਾ ਦਾਤਾ ਗੁਰੂ ਦਾ ਬਖਸ਼ਿਆ ਹੋਇਆ ਵਾਹਿਗੁਰੂ ਦਾ ਨਾਮ ਹੈ। ਜਿਸ ਹਿਰਦੇ 'ਚ ਨਾਮ ਵਸਦਾ ਹੈ, ਜਿਸ ਹਿਰਦੇ 'ਚ ਗੁਰੂ ਦਾ ਉਪਦੇਸ਼ ਵਸਦਾ ਹੈ, ਉੱਥੇ ਸਦਾ ਆਨੰਦ ਬਣਿਆ ਰਹਿੰਦਾ ਹੈ। ਸਦਾ ਆਨੰਦ। ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ,
ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਮਹਾਰਾਜ ਕਹਿੰਦੇ ਜੋ ਇਸ ਤਰ੍ਹਾਂ ਵਰਤਦਾ ਹੈ ਆਪਣੇ ਜੀਵਨ ਵਿੱਚ, ਉਹ ਜਿਉਂਦਿਆਂ ਮੁਕਤ ਹੈ। ਕਿਉਂਕਿ ਗੁਰੂ ਸਾਹਿਬ ਜੀ ਜਿਉਂਦਿਆਂ ਬੰਧਨ ਕੱਟ ਕੇ ਮੁਕਤੀ ਦਿੰਦੇ ਆ ਆਪਣੇ ਸਿੱਖ ਨੂੰ, ਜਿਉਂਦਿਆਂ ਮੁਕਤੀ ਦਿੰਦੇ। ਬੰਧਨ ਕੀ ਹੈ? ਔਗਣ, ਵਿਕਾਰ, ਇਹ ਸਭ ਬੰਧਨ ਹੈ। ਜਿਸ ਵੇਲੇ ਵਾਹਿਗੁਰੂ ਜੀ ਦੀ ਆਗਿਆ ਹਿਰਦੇ ਵਿੱਚ ਵਸਦੀ ਹੈ, ਫਿਰ ਸਾਰੇ ਬੰਧਨ ਟੁੱਟਦੇ ਆ, ਫਿਰ ਇਹ ਮੁਕਤ ਹੋ ਜਾਂਦਾ ਹੈ। ਜੀਵਨ ਬਤੀਤ ਕਰਦਾ ਹੈ ਪਰ ਬੰਧਨ ਵਿੱਚ ਨਹੀਂ ਪੈਂਦਾ, ਫਸਿਆ ਨਹੀਂ ਹੈ, ਨਿਰਲੇਪ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਧੂਪ ਛਾਵ ਜੇ ਸਮ ਕਰ ਜਾਣੇ, ਜੇ ਧੁੱਪ ਤੇ ਛਾਂ ਨੂੰ ਬਰਾਬਰ ਕਰਕੇ ਜਾਣ ਲਵੇ। ਬੰਧਨ ਕਾਟ ਮੁਕਤ ਘਰ ਆਣੈ, ਫਿਰ ਇਹ ਜੀਵ ਬੰਧਨ ਕੱਟ ਲੈਂਦਾ ਹੈ, ਇਹਦੇ ਬੰਧਨ ਕੱਟੇ ਜਾਂਦੇ ਹਨ। ਕਰਤਾ ਪੁਣੇ ਦੇ, ਭੋਗਤਾ ਪੁਣੇ ਦੇ, ਕਰਤਾ ਭੁਗਤਾ ਹੰਗਤਾ ਮਮਤਾ ਦੇ, ਇਹ ਕਈ ਪ੍ਰਕਾਰ ਦੇ ਬੰਧਨ ਹਨ। ਕਿੰਨੇ ਤਰ੍ਹਾਂ ਦੇ ਬੰਧਨ ਆ ਸਾਧ ਸੰਗਤ ਜੀ। ਉਸਤਤੀ ਵੀ ਇੱਕ ਬੰਧਨ ਹੈ, ਨਿੰਦਿਆ ਵੀ ਇੱਕ ਬੰਧਨ ਹੈ। ਉਸਤਤੀ ਭਾਵੇਂ ਆਪਣੀ ਹੁੰਦੀ ਹੈ, ਉਹ ਬੰਧਨ ਦੇ ਵਿੱਚ ਬੰਦਾ ਫਸ ਜਾਂਦਾ ਹੈ ਕਿ ਮੇਰੀ ਉਸਤਤੀ ਹੋ ਰਹੀ ਹੈ, ਪਰ ਉਸਤਤੀ ਪਿੱਛੇ ਨਿੰਦਿਆ ਵੀ ਹੈ। ਨਿੰਦਿਆ ਵੀ ਇੱਕ ਬੰਧਨ ਹੈ। ਸੰਸਾਰੀ ਜੀਵ ਉਸਤਤੀ ਸੁਣ ਕਰਕੇ ਹੰਕਾਰੀ ਹੁੰਦਾ ਹੈ, ਨਿੰਦਿਆ ਸੁਣ ਕਰਕੇ ਘਬਰਾਉਂਦਾ ਹੈ। ਪਰ ਭਗਤਾਂ ਦੀ ਅਵਸਥਾ ਇਹਦੇ ਤੋਂ ਉਲਟ ਹੈ। ਉਹ ਉਸਤਤੀ ਸੁਣ ਕਰਕੇ ਹੰਕਾਰੀ ਨਹੀਂ ਹੁੰਦੇ। ਜਦੋਂ ਭਗਤ ਦੀ ਉਸਤਤੀ ਹੁੰਦੀ ਹੈ, ਸੰਸਾਰ ਉਸਤਤੀ ਕਰਦਾ ਹੈ, ਤੇ ਉਹ ਕਹਿੰਦਾ ਇਹ ਉਸਤਤੀ ਮੇਰੀ ਨਹੀਂ, हे ਵਾਹਿਗੁਰੂ ਇਹ ਉਸਤਤੀ ਤੇਰੀ ਹੈ, ਕਿਉਂਕਿ ਸਾਰਾ ਕੁਝ ਦਿੱਤਾ ਤੇਰਾ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। हे ਪ੍ਰਭੂ ਇਹ ਉਸਤਤੀ ਤੇਰੀ ਹੈ, ਤੂੰ ਮੈਨੂੰ ਇਹ ਉਸਤਤੀ ਦੇ ਯੋਗ ਬਣਾਇਆ, ਇਸ ਕਰਕੇ ਇਹ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਉਸਤਤੀ ਵੀ ਤੇਰੀ ਹੈ। ਜੇ ਨਿੰਦਿਆ ਹੁੰਦੀ ਹੈ ਤਾਂ ਫਿਰ ਭਗਤ ਘਬਰਾਉਂਦਾ ਨਹੀਂ ਹੈ, ਉਸ ਨੂੰ ਨਿੰਦਿਆ ਚੰਗੀ ਲੱਗਦੀ ਹੈ, ਕਿਸੇ ਭਗਤ ਦੀ ਅਵਸਥਾ ਹੈ। ਪਰ ਸੰਸਾਰੀ ਜੀਵ ਅਸੀਂ ਉਸਤਤੀ ਵਿੱਚ ਵੀ ਫਸਦੇ ਹਾਂ, ਨਿੰਦਿਆ ਵਿੱਚ ਵੀ ਫਸਦੇ ਹਾਂ। ਹੋਰ ਕਿੰਨੇ ਪ੍ਰਕਾਰ ਦੇ ਵਿਕਾਰਾਂ ਦੇ ਬੰਧਨ ਹਨ, ਔਗੁਣਾਂ ਦੇ ਬੰਧਨ ਹਨ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਬੰਧਨ ਕਾਟ, ਫਿਰ ਬੰਧਨ ਕੱਟੇ ਜਾਂਦੇ ਆ। ਗੁਰੂ ਸਾਹਿਬ ਜੀ ਬੰਧਨ ਕੱਟ ਦਿੰਦੇ ਹਨ। ਮੁਕਤ ਘਰ ਆਣੇ, ਫਿਰ ਮੁਕਤੀ ਦੇ ਘਰ ਵਿੱਚ ਜੀਵ ਆ ਜਾਂਦਾ, ਆਪਣੇ ਹਿਰਦੇ ਰੂਪੀ ਘਰ ਵਿੱਚ ਆ ਜਾਂਦਾ ਹੈ, ਮੁਕਤ ਹੋ ਜਾਂਦਾ ਹੈ। ਛਾਇਆ ਛੂਛੀ ਜਗਤ ਭੁਲਾਨਾ, ਮਹਾਰਾਜ ਕਹਿੰਦੇ ਜਿਹੜੀ ਇਹ ਮਾਇਆ ਹੈ ਨਾ, ਸੰਸਾਰ, ਇਹ ਕਰਤਾ ਪੁਰਖ ਦੀ ਛਾਂ, ਇਹ ਛਾਇਆ ਜਿਹੜੀ ਹੈ ਨਾ, ਜੋ ਉਹਦੀ ਮਹਾ ਮਾਇਆ ਹੈ, ਮਹਾ ਮਾਇਆ ਤਾਂ ਕੀ ਹੈ ਛਾਇਆ। ਇਹ ਮਾਇਆ, ਇਹ ਛਾਂ ਰੂਪ ਜਿਹੜੀ ਹੈ, ਤੇ ਇਹ ਅਵਿਦਿਆ ਹੈ, ਅਗਿਆਨਤਾ। ਤਾਂ ਇਹ ਛਾਇਆ ਛੂਛੀ ਤੁਸ਼ ਹੈ। ਜੋ ਮਾਇਆ ਹੈ ਨਾ, ਇੱਕ ਪਰਛਾਵੇਂ ਦੀ ਤਰ੍ਹਾਂ, ਇੱਕ ਛਾਂ ਦੀ ਤਰ੍ਹਾਂ ਹੈ। ਇਹ ਮਾਇਆ ਰਚਿਤ ਪਦਾਰਥ ਸਾਰੇ, ਇਹ ਛੂਛੀ ਮਾਰੇ ਕਹਿੰਦੇ ਆ ਮਾਮੂਲੀ ਜੀ ਤੁਸ਼ ਹੀ ਹੈ। ਇਹ ਮਾਇਆ ਛਾਇਆ ਜਗਤ ਭੁਲਾਨਾ, ਤੇ ਸਾਰਾ ਜਗਤ ਇਸ ਪਰਛਾਵੇਂ ਦੇ ਵਿੱਚ ਹੀ ਭੁੱਲਿਆ ਹੋਇਆ। ਪਰਛਾਵਾਂ, ਇੱਕ ਛਾਂ ਦੇ ਵਿੱਚ ਹੀ ਸੰਸਾਰ ਮਾਰੇ ਕਹਿੰਦੇ ਭੁੱਲਿਆ ਹੋਇਆ ਹੈ। ਜਿਵੇਂ ਛਾਂ ਜਿਹੜੀ ਹੈ ਉਹ ਬਦਲਦੀ ਰਹਿੰਦੀ ਹੈ, ਇਸੇ ਤਰ੍ਹਾਂ ਇਹ ਮਾਇਆ ਰਚਿਤ ਸੰਸਾਰ ਇੱਕ ਰਸ ਰਹਿਣ ਵਾਲਾ ਨਹੀਂ ਹੈ, ਇਹ ਸਾਰਾ ਬਦਲਣ ਵਾਲਾ ਹੈ। ਜਨਮ ਹੈ, ਬਚਪਨ ਹੈ, ਜਵਾਨੀ ਹੈ, ਢਲਦੀ ਜਵਾਨੀ ਹੈ, ਬਿਰਧ ਅਵਸਥਾ ਹੈ, ਮੌਤ ਹੈ, ਛਾਂ ਹੀ ਹੈ, ਬਦਲ ਜਾਂਦੀ ਹੈ। ਤਾਂ ਇਹ ਖਾਲੀ ਹੈ, ਛਾਇਆ ਛੂਛੀ, ਇਹ ਖਾਲੀ, ਇਹਦੇ ਵਿੱਚ ਖਾਲੀ ਪਾਣੀ ਹੈ, ਕੁਝ ਵੀ ਨਹੀਂ ਹੈ। ਇਹ ਛੂਛੀ ਤੁਸ਼ ਹੈ, ਮਾਮੂਲੀ ਜਿਹੀ ਹੈ। ਤੇ ਮਹਾਰਾਜ ਕਹਿੰਦੇ ਜਗਤ ਸਾਰਾ ਹੀ ਇਸ ਵਿੱਚ ਮਾਇਆ ਦੇ ਵਿੱਚ, ਇਹ ਪਰਛਾਵੇਂ ਦੇ ਵਿੱਚ ਹੀ ਭੁੱਲਿਆ ਹੋਇਆ ਹੈ। ਲਿਖਿਆ ਕਿਰਤ ਤੁਰੇ ਪਰਵਾਨਾ, ਪਰ ਧੁਰ ਤੋਂ ਹੀ ਜਿਸ ਤਰ੍ਹਾਂ ਦਾ ਜੀਵ ਦਾ ਕਿਰਤ ਹੈ ਨਾ, ਉਹ ਧੁਰ ਤੋਂ ਹੀ ਲੇਖ ਲਿਖਿਆ ਹੋਇਆ ਹੈ, ਤਾਂ ਉਹ ਪਰਵਾਨਾ ਪਿਆ ਹੋਇਆ ਹੈ। ਇਹ ਜੀਵ ਦੇ ਮਸਤਕ ਦੇ ਉੱਤੇ ਧੁਰ ਤੋਂ ਕਿਰਤ ਦਾ ਜਿਹੜਾ ਲੇਖ ਲਿਖ ਕਰਕੇ ਪਿਆ ਹੋਇਆ ਹੈ। ਸੀਜੈ ਜੋਬਨ ਜਰੂਆ ਸਿਰ ਤਾਲ, ਸੀਜੈ
ਜੋਬਨ, ਜੋਬਨ ਜਵਾਨੀ ਦਾ ਨਾਮ ਹੈ। ਸੀਜੈ ਮੈਨੇ ਨਾਸ ਹੋ ਜਾਂਦੀ ਹੈ। ਜਵਾਨੀ ਵੀ ਆਪਣੇ ਸਮੇਂ ਨਾਲ ਆਈ, ਸਮੇਂ ਨਾਲ ਨਾਸ ਹੋ ਜਾਂਦੀ ਹੈ। ਜਵਾਨੀ ਤੋਂ ਬਾਅਦ ਮਹਾਰਾਜ ਕਹਿੰਦੇ ਫਿਰ ਜਰੂਆ, ਇਹ ਬੁਢੇਪਾ ਆ ਜਾਂਦਾ ਹੈ। ਤੇ ਬੁਢੇਪੇ ਨੂੰ ਆਪਣੇ ਆਪ 'ਚ ਹੀ ਇੱਕ ਰੋਗ ਆਖਿਆ। ਉਂਝ ਤਾਂ ਰੋਗ ਜਦੋਂ ਮਰਜ਼ੀ ਵੀ ਸਰੀਰ ਨੂੰ ਲੱਗ ਸਕਦਾ ਹੈ, ਭਾਵੇਂ ਬਚਪਨ ਵਿੱਚ ਭਾਵੇਂ ਜਵਾਨੀ ਵਿੱਚ। ਪਰ ਬਿਰਧ ਅਵਸਥਾ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਇਹ ਆਪਣੇ ਆਪ ਵਿੱਚ ਵੀ ਇੱਕ ਰੋਗ ਹੈ। ਜਰੂਆ, ਬਿਰਧ ਅਵਸਥਾ। ਜਿਵੇਂ ਭਗਤ ਜੀ ਨੇ ਫਰਮਾਇਆ, ਕਹਿੰਦੇ ਭਾਈ ਭਜਨ ਕਰ, ਜਬ ਲਗ ਜਰਾ ਰੋਗ ਨਹੀਂ ਆਇਆ। ਜਿੰਨਾ ਚਿਰ ਤੈਨੂੰ ਬਿਰਧ ਅਵਸਥਾ ਦਾ ਰੋਗ ਨਹੀਂ ਆਇਆ ਨਾ, ਇਹ ਰੋਗ ਨਹੀਂ ਲੱਗਾ, ਉਹਨਾਂ ਚਿਰ ਤੂੰ ਭਜਨ ਕਰ, ਸਿਮਰਨ ਕਰ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਾਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰਿੰਗ ਪਾਣੀ। ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਮਹਾਰਾਜ ਸਾਹਿਬ ਜੀ ਨੇ ਨਿਰਾਸ਼ ਵੀ ਨਹੀਂ ਕੀਤਾ। ਇਹ ਨਹੀਂ ਵੀ ਜੇ ਪਹਿਲਾਂ ਸਿਮਰਨ ਭਜਨ ਨਹੀਂ ਕੀਤਾ ਤੇ ਬਿਰਧ ਅਵਸਥਾ ਵਿੱਚ ਨਹੀਂ ਕਰ ਸਕਦੇ। ਸਤਿਗੁਰੂ ਕਹਿੰਦੇ ਕਿਸੇ ਸਮੇਂ ਤੇ ਵੀ ਜਪ, ਆਖਰੀ ਸਵਾਸ ਤੇ ਵੀ ਜਪ, ਤਾਂ ਵੀ ਸਫਲਾ ਹੋ ਜਾਵੇਗਾ। ਸੀਜੈ ਜੋਬਨ, ਜੋਬਨ ਜਵਾਨੀ ਦਾ ਸਮਾਂ ਸਮਾਪਤ ਹੋ ਜਾਂਦਾ, ਜਵਾਨੀ ਨਾਸ ਹੋ ਜਾਂਦੀ ਹੈ। ਜਰੂਆ, ਫਿਰ ਬਿਰਧ ਅਵਸਥਾ ਆ ਜਾਂਦੀ ਹੈ। ਤੇ ਬਿਰਧ ਅਵਸਥਾ ਤੋਂ ਬਾਅਦ ਮਹਾਰਾਜ ਕਹਿੰਦੇ ਸਿਰ ਕਾਲ, ਸਿਰ ਦੇ ਉੱਤੇ ਫਿਰ ਕਾਲ, ਮੌਤ ਆ ਜਾਂਦੀ ਹੈ। ਕਿਉਂਕਿ ਸਮੇਂ-ਸਮੇਂ ਦੇ ਨਾਲ, ਉਂਝ ਤਾਂ ਸਿਰ ਤੇ ਕਾਲ ਹਰ ਵੇਲੇ ਚੱਲਦਾ ਹੈ, ਭਾਵੇਂ ਉਹ ਬਚਪਨ ਵਿੱਚ ਹੀ ਆ ਜਾਵੇ, ਭਾਵੇਂ ਜਵਾਨੀ 'ਚ ਆ ਜਾਵੇ। ਬਿਰਧ ਅਵਸਥਾ ਵਿੱਚ ਤਾਂ ਫਿਰ ਆਉਣਾ ਹੀ ਆਉਣਾ ਹੈ ਨਾ। ਜਿਵੇਂ ਕਿਸਾਨ ਨੇ ਫਸਲ ਬੀਜੀ ਹੈ, ਉਹਦੀ ਮਰਜ਼ੀ ਹੈ, ਭਾਵੇਂ ਉਹ ਹਰੀ ਨੂੰ ਵੱਢ ਲਵੇ, ਭਾਵੇਂ ਡਡਰੀ ਜੀ ਨੂੰ ਵੱਢ ਲਵੇ, ਨਹੀਂ ਤੇ ਪੱਕੀ ਤੇ ਵੱਢਣ ਆ ਰਹੀ ਹੈ ਨਾ। ਹਰੀ ਨਾਹੀ ਨਹਿ ਡਡੁਰੀ, ਪੱਕੀ ਵੱਢਣ ਹਾਰ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਭਾਈ ਇਹ ਸਰੀਰ ਇੱਕ ਤਰ੍ਹਾਂ ਦੀ ਫਸਲ ਹੈ ਤੇ ਕਾਲ ਨੇ ਇਸ ਨੂੰ ਵੱਢ ਲੈਣਾ। ਕਾਲ ਸਿਰ ਤੇ ਮੰਡਰਾਉਂਦਾ ਹੈ, ਉਹ ਜਵਾਨੀ ਵਿੱਚ ਵੀ ਝਪਟ ਮਾਰ ਸਕਦਾ ਹੈ। ਬਿਰਧ ਅਵਸਥਾ ਦੇ ਵਿੱਚ ਤਾਂ ਉਹਨੇ ਲੈ ਹੀ ਜਾਣਾ ਹੈ। ਤਾਂ ਸਤਿਗੁਰੂ ਜੀ ਜੋ ਇਹ ਸਰੀਰ ਦੀ ਸਚਾਈ ਹੈ, ਹਕੀਕਤ ਹੈ, ਉਹ ਦਰਸਾ ਰਹੇ ਹਨ। ਕਾਇਆ ਛਿਜੈ ਭਈ ਸਵਾਲ, ਜਿਸ ਵੇਲੇ ਕਾਲ ਦਾ ਸਮਾਂ ਆ ਜਾਂਦਾ ਹੈ, ਮੌਤ ਦਾ ਸਮਾਂ ਆ ਜਾਂਦਾ ਹੈ, ਫਿਰ ਕਾਇਆ ਛਿਜੈ, ਇਹ ਸਰੀਰ ਨਾਸ ਹੋ ਜਾਂਦਾ ਹੈ, ਸਵਾਸ ਪੂਰੇ ਹੋ ਜਾਂਦੇ ਆ, ਕਾਇਆ ਛਿਜ ਜਾਂਦੀ ਹੈ। ਭਈ ਸਵਾਲ, ਜਿਵੇਂ ਪਾਣੀ ਦੇ ਵਿੱਚ ਜਾਲਾ ਜਿਹਾ ਬਣਦਾ ਹੈ ਨਾ, ਉਹਨੂੰ ਸਿਵਾਲ ਕਹਿੰਦੇ ਹਨ। ਜਿੱਥੇ ਪਾਣੀ ਖਲੋਤਾ ਰਹੇ ਉੱਥੇ ਵੀ ਹਰਿਆ ਹਰਿਆ ਜਾਲਾ ਜਿਹਾ ਬਣ ਜਾਂਦਾ ਹੈ। ਜਾਂ ਜਿਸ ਥਾਂ ਤੇ ਲਗਾਤਾਰ ਪਾਣੀ ਦੀ ਧਾਰ ਪੈਂਦੀ ਰਹੇ, ਪਾਣੀ ਵਗਦਾ ਰਹੇ ਜਿਸ ਥਾਂ ਦੇ ਉੱਤੇ, ਉੱਥੇ ਵੀ ਹਰਿਆ ਹਰਿਆ ਜਾਲਾ ਜਿਹਾ ਬਣ ਜਾਂਦਾ। ਪਾਣੀ ਸੁੱਕ ਜਾਵੇ ਤੇ ਉਹ ਜਾਲਾ ਜਿਹਾ ਵੀ ਸੁੱਕ ਜਾਂਦਾ ਹੈ। ਇਸੇ ਤਰ੍ਹਾਂ ਜਿਸ ਵੇਲੇ ਇਹ ਸਵਾਸ ਸਮਾਪਤ ਹੋ ਗਏ ਤਾਂ ਇਹ ਸਾਡੀ ਕਾਇਆ ਨੇ ਉਸ ਜਾਲੇ ਦੀ ਤਰ੍ਹਾਂ ਸੁੱਕ ਜਾਣਾ ਹੈ, ਮੁੱਕ ਜਾਣਾ ਹੈ, ਖਤਮ ਹੋ ਜਾਣਾ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਦੇਹ ਸਦਾ ਰਹਿਣ ਵਾਲੀ ਨਹੀਂ ਹੈ, ਦੇਹ ਨਾਸਵਾਨ ਹੈ। ਪਰ ਇਹਦੇ ਨਾਸ ਹੋਣ ਤੋਂ ਪਹਿਲਾਂ ਇਹ ਮਿੱਟੀ ਵਿੱਚ ਮਿਲੇ, ਇਹ ਸਵਾਹ ਦੀ ਢੇਰੀ ਬਣੇ, ਇਹ ਖਾਕ ਵਿੱਚ ਮਿਲੇ, ਉਦੋਂ ਤੋਂ ਪਹਿਲਾਂ ਤੂੰ ਸਿਮਰਨ ਕਰ, ਭਜਨ ਕਰ, ਨਾਮ ਬਾਣੀ ਦਾ ਅਭਿਆਸ ਕਰ ਕਿ ਤੂੰ ਜੋਤੀ ਸਰੂਪ ਦੇ ਵਿੱਚ ਮਿਲ ਜਾਵੇਂ, ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਵੇਂ। ਕਿਉਂਕਿ ਇਸ ਦੇਹ ਨੇ ਨਾਸ ਹੋ ਜਾਣਾ। ਤੈਨੂੰ ਇਹ ਤਿੰਨ ਸਮੇਂ ਮਿਲੇ, ਇੱਕ ਬਚਪਨ ਦਾ, ਇੱਕ ਜਵਾਨੀ ਦਾ, ਇੱਕ ਬਿਰਧ ਅਵਸਥਾ ਦਾ। ਤੇ ਜਿਸ ਸਮੇਂ ਵੀ ਵਾਹਿਗੁਰੂ ਦਾ ਸਿਮਰਨ ਭਜਨ ਕਰੇਗਾ, ਇਹ ਦੇਹ ਸਫਲੀ ਹੋ ਜਾਵੇਗੀ
ਨਹੀਂ ਤਾਂ ਮਹਾਰਾਜ ਸਾਹਿਬ ਕਹਿੰਦੇ ਫਿਰ ਇਹ ਸਰੀਰ ਨਿਸਫਲ ਚਲੇ ਜਾਵੇਗਾ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਸਭ ਸਮਾਂ ਫਿਰ ਬਿਰਥ ਹੈ। ਹੋਰ ਦੁਨੀਆ 'ਚ ਮਾਣ ਸਨਮਾਨ ਭਾਵੇਂ ਕਿੰਨਾ ਵੀ ਖੱਟਿਆ ਹੈ, ਪਰ ਜੇ ਸਿਮਰਨ ਭਜਨ ਨਹੀਂ ਕੀਤਾ, ਵਾਹਿਗੁਰੂ ਨੂੰ ਭੁਲਾਇਆ ਹੋਇਆ ਹੈ, ਤੇ ਫਿਰ ਸਦਾ ਖੁਆਰੀ ਹੁੰਦੀ ਹੈ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਵਿਆਪੈ ਜਾ ਕਉ ਓਠ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋ ਹਾਰੀ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਭਾਈ ਇਹ ਹਾਲਤ ਹੈ। ਸਿਮਰਨ ਭਜਨ ਤੋਂ ਬਿਨਾ ਭਾਵੇਂ 9 ਖੰਡਾਂ ਦੀ ਧਰਤੀ ਦਾ ਰਾਜ ਵੀ ਕਮਾ ਲਵੇ, ਅੰਤ ਨੂੰ ਹਾਰ ਕੇ ਜਾਣਾ ਪੈਂਦਾ ਹੈ। ਇਹ 24 ਨੰਬਰ ਦੀ ਪੌੜੀ ਅੰਦਰ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪਾਵਨ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਸਿਜੈ ਜੋ ਬਨ ਜਲੂਆ ਸਿਰ ਤਾਲ, ਕਾਇਆ ਸਿਜੈ ਭਈ ਸਬਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।